ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਖਾਨ ਪਾਨ ਕਰ ਸੁਪਤ ਪੇ ਅਰਧ ਗਈ ਜਬ ਰਾਤ ਸਿੱਖ ਕਨੇਸਰ ਤੇ ਗਿਓ ਕਹੀਂ ਪਹੁੰਚ ਕੇ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਸਤਿਗੁਰਾਂ ਨੇ ਮਸੰਦਾਂ ਦੀਆਂ ਆਪ ਹੁਦਰੀਆਂ ਦੇਖ ਕੇ ਮਸੰਦਾਂ ਦਾ ਕੰਮ ਹੀ ਬੰਦ ਕਰ ਦਿੱਤਾ ਹੈ ਔਰ ਸੰਗਤ ਨੂੰ ਵੀ ਅਲਰਟ ਕਰ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਮਸੰਦ ਨਹੀਂ ਆਵੇਗਾ, ਕਿਸੇ ਨੂੰ ਸਾਡਾ ਹਿੱਸਾ ਸਾਡਾ ਦਸੌਂਦ ਨਹੀਂ ਦੇਣਾ। ਜਿਹਨੇ ਜੋ ਦੇਣਾ ਜਦੋਂ ਵੀ ਸਮਾਂ ਲੱਗੇ ਆ ਕੇ ਦੇ ਦਿਆ ਕਰੋ। ਗੁਰੂ ਨਾਨਕ ਦਾ ਘਰ ਤਾਂ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਹੈ, ਪਰ ਮਸੰਦਾਂ ਦੇ ਰਾਹੀਂ ਜੇ ਸੰਗਤ ਦੁਖੀ ਹੁੰਦੀ ਹੈ ਫਿਰ ਸਾਨੂੰ ਇਹੋ ਜਿਹੀ ਮਾਇਆ ਦੀ ਲੋੜ ਨਹੀਂ। ਅਤੇ ਮਸੰਦਾਂ ਨੇ ਫਿਰ ਮਾਤਾ ਗੁਜਰੀ ਜੀ ਕੋਲ ਬੇਨਤੀ ਕੀਤੀ ਕਿ ਮਾਤਾ ਜੀ ਸਮਝਾਓ ਆਪਣੇ ਲਾਲ ਨੂੰ, ਅਸੀਂ ਇੰਨਾ ਕੰਮ ਕਰਦੇ ਹਾਂ, ਮਾਇਆ ਲਿਆਉਣੇ ਆ, ਕਿੰਨੇ ਕਾਰਜ ਆ ਗੁਰੂ ਘਰ ਦੇ ਚੱਲਦੇ ਆ, ਅਤੇ ਪਾਤਸ਼ਾਹ ਕਹਿੰਦੇ ਇਹ ਤਾਂ ਪਰਮੇਸ਼ਰ ਚਲਾਉਣ ਵਾਲਾ ਹੈ, ਇਸ ਕਰਕੇ ਹੁਣ ਸਾਨੂੰ ਮਸੰਦਾਂ ਦੀ ਲੋੜ ਨਹੀਂ ਹੈ, ਮਸੰਦਾਂ ਨੂੰ ਅਸੀਂ ਨਹੀਂ ਭੇਜਣਾ। ਬੜੀਆਂ ਬਾਦਸ਼ਾਹ ਨੇ ਉਹਨਾਂ ਨੂੰ ਗਿਆਨ ਦੀਆਂ ਵਿਚਾਰਾਂ ਵੀ ਦੱਸੀਆਂ, ਮਾਤਾ ਗੋਜਰੀ ਜੀ ਨੂੰ ਸਮਝਾਉਣਾ ਵੀ ਕੀਤਾ ਕਿ ਤੁਸੀਂ ਵੀ ਉਹਨਾਂ ਦਾ ਪੱਖ ਨਾ ਲਓ, ਇਹ ਠੀਕ ਨਹੀਂ ਹੈ। ਅਤੇ ਚਲਦੇ ਚਲਦੇ ਪਿੱਛੇ ਜੀ ਆਪਾਂ ਵਿਚਾਰ ਸਰਵਣ ਕੀਤੀ ਸੀ ਵਿਚਾਲੇ ਜੇ ਬਈ ਜਿਸ ਵੇਲੇ ਪਹਾੜੀਆਂ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਕਾਬੂ 'ਚ ਨਾ ਆਏ, ਕੰਟਰੋਲ 'ਚ ਨਾ ਆਏ, ਉਹਨਾਂ ਦਾ ਖਿਆਲ ਸੀ ਵੀ ਅਸੀਂ ਰਾਜੇ ਹਾਂ ਅਤੇ ਅਸੀਂ ਹੀ ਬਣੇ ਰਹੀਏ। ਅੱਜ ਵੀ ਜਿਹਦੀ ਸਰਕਾਰ ਕਾਮਯਾਬ ਜੀ ਹੋ ਜਾਂਦੀ ਹੈ, ਮੁੜ ਕੇ ਕਹਿੰਦਾ ਹੋਏ ਦੂਜੀ ਧਿਰ ਤੀਜੀ ਧਿਰ ਕੋਈ ਨਾ ਉੱਠੇ, ਬਸ ਮੈਂ ਹੀ ਦੁਨੀਆ ਉੱਤੇ ਕਾਬਜ ਹੋ ਜਾ। ਇਹੀ ਹਾਲ ਪਹਾੜੀ ਰਾਜਿਆਂ ਦਾ ਸੀਗਾ। ਤਾਂ ਪਹਾੜੀ ਰਾਜੇ ਵੀ ਚਾਹੁੰਦੇ ਸੀਗੇ ਕਿ ਪਹਾੜਾਂ ਦੇ ਵਿੱਚ ਸਾਡਾ ਦਬਦਬਾ ਚੱਲਦਾ ਅਤੇ ਸਾਡਾ ਹੀ ਬਣਿਆ ਰਹੇ। ਅਤੇ ਇਹ ਗੁਰੂ ਗੋਬਿੰਦ ਸਿੰਘ ਤਾਂ ਪਤਾ ਨਹੀਂ ਕਿੱਥੋਂ ਆਇਆ, ਇੱਥੇ ਰਾਜਿਆਂ ਵਾਂਗੂ ਸ਼ਾਹੀ ਠਾੜਨਾ ਰਹਿੰਦਾ ਹੈ। ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸਤਿਗੁਰਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਕੱਢਣ ਦੀ, ਪਰ ਸਤਿਗੁਰੂ ਪਾਤਸ਼ਾਹ ਸਰਬ ਕਲਾ ਸਮਰੱਥ ਸ੍ਰਿਸ਼ਟੀ ਦੇ ਮਾਲਕ, ਉਹਨਾਂ ਨੂੰ ਕੌਣ ਕੁਝ ਕਹਿ ਸਕਦਾ। ਅਖੀਰ ਪਹਾੜੀਆਂ ਨੇ ਔਰੰਗਜ਼ੇਬ ਦੇ ਕੋਲ ਖਬਰਾਂ ਭੇਜੀਆਂ, ਆਪਣੇ ਬੰਦੇ ਭੇਜਦੇ ਆ, ਚਿੱਠੀਆਂ ਲਿਖ ਲਿਖ ਭੇਜਦੇ ਆ, ਝੂਠੀਆਂ ਸੱਚੀਆਂ, ਬਈ ਇਹਨਾਂ ਨੇ ਫੌਜ ਬਣਾ ਲਈ ਹੈ। ਗੁਰੂ ਨਾਨਕ ਦਾ ਘਰ ਤਾਂ ਪਹਿਲਾਂ ਕੇਵਲ ਅਤੇ ਕੇਵਲ ਲੋਕਾਂ ਨੂੰ ਧਰਮ ਨਾਲ ਜੋੜਨ ਵਾਸਤੇ ਸੀ, ਹੁਣ ਇਹ ਰਾਜਨੀਤੀ ਵਿੱਚ ਪੈਰ ਧਰਦੇ ਆ।
ਜੰਗ ਜੁੱਧ ਕਰਦੇ ਆ, ਸਾਥੋਂ ਇਹ ਕਾਬੂ ਵਿੱਚ ਨਹੀਂ ਆਉਂਦਾ ਗਾ, ਇੰਨੀ ਫੌਜ ਇਕੱਠੀ ਕਰ ਲਈ ਹੈ, ਤੁਹਾਡੀ ਸੈਂਟਰ ਦੀ ਗੱਦੀ ਨੂੰ ਵੀ ਖਤਰਾ ਹੈ ਤੇ ਤੁਸੀਂ ਵੀ ਕੁਛ ਕਰੋ, ਨਹੀਂ ਤਾਂ ਇਹ ਤੁਹਾਡੇ ਕੋਲੋਂ ਆ ਕੇ ਰਾਜ ਖੋਹ ਲੈਣਾ। ਇਸੇ ਤਰ੍ਹਾਂ ਇਹ ਜਿਹੜੀ ਰਾਜਨੀਤੀ ਹੈ ਨਾ, ਸਮੇਂ ਸਮੇਂ 'ਤੇ ਪੁੱਠੇ ਸਿੱਧੇ ਕੰਮ ਕਰਦੀ ਰਹਿੰਦੀ ਹੈ। ਅਕਾਲ ਤਖਤ ਸਾਹਿਬ ਦੇ ਉੱਪਰ ਵੀ ਵਾਰ-ਵਾਰ ਹਮਲਾ ਕਰਨਾ ਇਹ ਸਰਕਾਰਾਂ ਦੀਆਂ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਹੁੰਦੀਆਂ ਵੀ ਇਹਨਾਂ ਸਿੱਖਾਂ ਨੂੰ ਦਬਾ ਕੇ ਰੱਖਿਆ ਜਾਵੇ, ਕਿਤੇ ਇਹ ਸਾਡੀਆਂ ਆਪ ਹੁਦਰੀਆਂ ਦੇਖ ਕਰਕੇ ਕਿਤੇ ਸਾਨੂੰ ਇਹ ਖਤਮ ਹੀ ਨਾ ਕਰ ਦੇਣ। ਦਬਦਬਾ ਬਣਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਪਹਿਲਾਂ ਵੀ ਕੀਤੀਆਂ ਗਈਆਂ। ਜਿਵੇਂ ਤੀਜੇ ਪਾਤਸ਼ਾਹ ਦੇ ਉੱਤੇ ਗੁਰੂ ਪਿਆਰੋ ਕੇਸ ਕਰ ਦੇਣਾ ਲਾਹੌਰ ਦੀ ਕੋਰਟ ਵਿੱਚ, ਇਸੇ ਤਰ੍ਹਾਂ ਅੱਗੇ ਚੱਲ ਕੇ ਫਿਰ ਪੰਜਵੇਂ ਪਾਤਸ਼ਾਹ ਜੀ ਨੂੰ ਵੀ ਲਾਹੌਰ ਸੱਦ ਲੈਣਾ, ਇਹ ਵੀ ਰਾਜਨੀਤੀ ਦਾ ਹੀ ਕੰਮ ਸੀ। ਚੰਦੂ ਜਿਹੜਾ ਹੈ ਵਜ਼ੀਰ ਹੈ ਜਹਾਂਗੀਰ ਦਾ, ਉਹਨਾਂ ਦਾ ਖਿਆਲ ਸੀ ਕਿਤੇ ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਕਿਤੇ ਬਾਹਲਾ ਹੀ ਤਾਹਾਂ ਚੜ੍ਹ ਜਾਵੇ ਤੇ ਸਾਨੂੰ ਕਿਤੇ ਇਹ ਲਾਹ ਹੀ ਨਾ ਦੇਵੇ ਗੱਦੀਆਂ। ਇਸੇ ਤਰ੍ਹਾਂ ਹੀ ਜਦ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਇਸ ਵਿਸ਼ੇ 'ਤੇ ਫਿਰ ਛੇਵੇਂ ਪਾਤਸ਼ਾਹ ਨੇ ਸ਼ਸਤਰ ਚੱਕਿਆ, ਦੋ ਤਲਵਾਰੀ ਬੱਧੀਆਂ, ਇੱਕ ਮੇਰੀ ਦੀ, ਇੱਕ ਪੀਰੀ ਦੀ, ਇੱਕ ਅਜਮਾ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਹੁਣ ਸਾਡੀ ਸੰਗ ਤਕੜੀ ਹੋ ਗਈ ਆ, ਇਸ ਕਰਕੇ ਇਹਦੀ ਰਾਖੀ ਕਰਨ ਵਾਸਤੇ ਤਲਵਾਰ ਦੀ ਵਾੜ ਕਰਨ ਦੀ ਲੋੜ ਹੈ। ਤੇ ਛੇਵੇਂ ਪਾਤਸ਼ਾਹ ਨੇ ਫਿਰ ਤਲਵਾਰਾਂ ਬੰਨੀਆਂ ਤੇ ਸੰਗਤਾਂ ਨੂੰ ਵੀ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ। ਉਸ ਤੋਂ ਬਾਅਦ ਸੱਤਵੇਂ, ਅੱਠਵੇਂ, ਨੌਵੇਂ ਪਾਤਸ਼ਾਹ ਜੀ ਨੇ ਸਹਿਜ ਦੇ ਨਾਲ, ਪਿਆਰ ਦੇ ਨਾਲ ਲੋਕਾਂ ਨੂੰ ਪਰਮੇਸ਼ਰ ਨਾਲ ਜੋੜਨਾ ਕੀਤਾ। ਪਰ ਜਦ ਨੌਵੇਂ ਪਾਤਸ਼ਾਹ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਤੇ ਫਿਰ ਦਸਵੇਂ ਜਾਮੇ ਜਾ ਕੇ ਦਸਵੇਂ ਪਾਤਸ਼ਾਹ ਨੂੰ ਵੀ ਤਲਵਾਰ ਚੱਕਣੀ ਪਈ ਔਰ ਬੇਅੰਤ ਮੁਗਲਾਂ ਨੂੰ, ਪਠਾਨਾਂ ਨੂੰ, ਜਿਹੜੇ ਗੁਰੂ ਘਰ ਦੀ ਐਂਟੀ ਚੱਲਦੇ ਸੋਧਾ ਲਾਇਆ। ਹੁਣ ਇਹਨਾਂ ਪਹਾੜੀਆਂ ਦੇ ਕਹਿਣ 'ਤੇ ਔਰੰਗਜ਼ੇਬ ਨੇ ਆਪਣੀ ਕੁਝ ਫੌਜ ਭੇਜੀ ਆ, ਜਿਸ ਦਾ ਜਰਨੈਲ ਸੈਦ ਖਾਨ ਪਠਾਨ ਹੈ, ਔਰ ਇਸ ਪਠਾਨ ਦੇ ਨਾਲ ਫੌਜ ਭੇਜੀ। ਤੇ ਆਪਾਂ ਪਿੱਛੇ ਸਰਵਣ ਕੀਤਾ ਕਿ ਹਰਿਦੁਆਰ ਦੇ ਇਲਾਕੇ 'ਚ ਥਾਨੇਸਰ ਇੱਕ ਨਗਰ ਹੈ, ਉੱਥੇ ਆ ਕੇ ਉਤਰ ਗਏ ਹਨ। ਜਦੋਂ ਉੱਥੇ ਆ ਕੇ ਰੁਕੇ ਤੇ ਗੁਰੂ ਕੀਆਂ ਸਿੱਖ ਸੰਗਤਾਂ ਲਗਭਗ ਹੁਣ ਸਾਰੇ ਦੇਸ਼ ਵਿੱਚ ਹੀ ਵਸਦੀਆਂ। ਸਿੱਖਾਂ ਨੂੰ ਪਤਾ ਲੱਗਿਆ ਵੀ ਇਹ ਕਿੱਧਰ ਚੱਲੇ ਆ, ਇੰਨੀ ਫੌਜ ਲੈ ਕੇ, 1 ਲੱਖ ਸਵਾ ਲੱਖ ਫੌਜ ਹੈ ਇਹਦੇ ਕੋਲ। ਤੇ ਪਤਾ ਲੱਗ ਗਿਆ ਸੂਈਆਂ ਨੂੰ ਵੀ ਇਹ ਚੱਲੇ ਆ ਅਨੰਦਪੁਰ ਸਾਹਿਬ 'ਤੇ ਹਮਲਾ ਕਰਨ ਵਾਸਤੇ। ਉਸੇ ਵੇਲੇ ਸਿੱਖ ਸੰਗਤਾਂ ਨੇ ਘੋੜ ਸਵਾਰ ਇੱਕ ਸਿੱਖ ਨੂੰ ਭੇਜਿਆ ਹੈ, ਜਾ ਕੇ ਸੁਨੇਹਾ ਦਿਓ ਗੁਰੂ ਸਾਹਿਬ ਨੂੰ, ਇਸ ਤਰ੍ਹਾਂ ਸੈਂਟਰ ਸਰਕਾਰ ਦਾ ਭੇਜਿਆ ਬੰਦਾ ਆਪ ਜੀ ਉੱਤੇ ਹਮਲਾ ਕਰਨ ਹੀ ਆ ਰਿਹਾ ਮਹਾਰਾਜ। ਤਾਂ ਉਹ ਸਿੱਖ ਆ ਕੇ ਕਿਵੇਂ ਦੱਸਦਾ ਤੇ ਕਿਵੇਂ ਇਹ ਫੌਜਾਂ ਸਤਿਗੁਰਾਂ ਤੱਕ ਪਹੁੰਚਦੀਆਂ ਤੇ ਕਿਸ ਤਰ੍ਹਾਂ ਜੰਗ ਹੁੰਦੇ ਆ ਜਾਂ ਨਹੀਂ ਹੁੰਦੇ, ਇਹ ਆਪਾਂ ਵਿਚਾਰਾ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਨ ਪਾਨ ਕਰ ਸੁਬਤ ਪੇ ਅਰਧ ਗਈ ਜਬ ਰਾਤ। ਤਾਂ ਥਨੇਸਰ ਦੇ ਵਿੱਚ ਉਤਰੀਆਂ ਫੌਜਾਂ, ਉਹਨਾਂ ਨੇ ਆਪਣਾ ਲੰਗਰ ਆਦਿ ਤਿਆਰ ਕੀਤਾ ਹੈ। ਫੌਜਾਂ ਨੇ ਪ੍ਰਸ਼ਾਦਾ ਭੋਜਨ ਛਕਿਆ ਅਤੇ ਸੌਂ ਗਏ। ਸਿੱਖ ਥਨੇਸਰ ਤੀ ਗਿਓ ਕਹੀ ਪਹੁੰਚ ਕੀ ਬਾਤ। ਔਰ ਇਹਨਾਂ ਦਾ ਇੰਨੀ ਇਕੱਠ ਦੇ ਨਾਲ ਆਉਣਾ ਦੇਖ ਕੇ ਸਿੱਖ ਸੰਗਤਾਂ ਨੂੰ ਪਤਾ ਲੱਗਿਆ, ਕਿਉਂਕਿ ਹਰਿਦੁਆਰ ਦੇ ਇਲਾਕੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਆ, ਗੁਰੂ ਅਮਰਦਾਸ ਜੀ ਵੀ ਗਏ ਨੇ ਉੱਥੇ, ਤਾਂ ਉੱਥੇ ਵੀ ਸਿੱਖ ਸੰਗਤਾਂ ਵਸਦੀਆਂ ਸਨ। ਉਹਨਾਂ ਨੂੰ ਪਤਾ ਲੱਗਿਆ ਵੀ ਇਹ ਸੈਦ ਖਾਨ ਪਠਾਨ ਹੈ ਜਿਹੜਾ ਸੈਂਟਰ ਸਰਕਾਰ ਦਾ ਬੰਦਾ, ਇਹ ਇੰਨੀ ਫੌਜ ਲੈ ਕੇ ਕਿੱਥੇ ਜਾ ਰਿਹਾ। ਸੋ ਨਿਕਲੀ ਪਤਾ ਲੱਗਿਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲਾ ਕਰਨ ਲਈ ਜਾ ਰਹੇ ਹੈ। ਉਸੇ ਵੇਲੇ ਸਿੱਖਾਂ ਨੇ ਇੱਕ ਸਿੱਖ ਨੂੰ ਭੇਜਣਾ ਕੀਤਾ ਜੀ। ਚੌਪਈ ਚੌਂਕੀਦਾਰ ਸਿੰਘ ਜੋ ਖਰੇ ਤਿਨ ਕੀ ਸੰਗ ਕਹਿਨ ਇਮ ਕਰੇ। ਔਰ ਰਾਤੇ ਰਾਤ ਅੱਧੀ ਰਾਤ ਨੂੰ ਇਹ ਸਿੱਖ ਪਹੁੰਚਿਆ ਸ਼੍ਰੀ ਅਨੰਦਪੁਰ ਸਾਹਿਬ। ਅੱਗੇ ਗੇਟ 'ਤੇ ਪਹਿਰੇਦਾਰ ਬੈਠੇ ਆ, ਚੌਂਕੀਦਾਰ ਬੈਠੇ ਆ। ਉਹਨਾਂ ਨੂੰ ਆ ਮਿਲਿਆ ਤੇ ਬੇਨਤੀ ਕਰਦਾ ਹੈ ਜੀ। ਸਹਿਜੇ ਕਾ ਪਠਾਨ ਚੜਿਆ ਬਾ ਡੇਰਾ ਜਬੇ ਥਨੇਸਰ ਬਾਬਾ। ਕਹਿਣ ਲੱਗਿਆ ਭਾਈ ਸਾਹਿਬ ਜੀ, ਗੁਰੂ ਸਾਹਿਬਾਂ ਨੂੰ ਜਾ ਕਰਕੇ ਬੇਨਤੀ ਕਰੋ ਕਿ ਔਰੰਗਜ਼ੇਬ ਦਾ ਭੇਜਿਆ ਹੋਇਆ ਸੈਦ ਖਾਨ ਪਠਾਨ ਜਦੋਂ ਮੈਂ ਚੱਲਿਆ ਥਾਨੇਸਰ ਉਤਰਿਆ ਹੋਇਆ ਸੀ
ਉਹ ਫੌਜ ਲੈ ਕੇ ਗੁਰੂ ਘਰ ਵੱਲ ਆ ਰਿਹਾ ਹੈ ਜੀ। ਮੈਂ ਤਬ ਸੁਣੀ ਲਰਨ ਕੋ ਚਲਿਓ, ਦਲ ਕੋ ਇਕ ਨਰ ਭੇਤੀ ਮਿਲਿਓ। ਮੈਂ ਉਹਨਾਂ ਦੇ ਦਲ ਵਿੱਚੋਂ ਭੇਤ ਕੱਢਿਆ, ਸੂਹ ਕੀਤੀ ਬਈ ਇਹ ਕਿੱਧਰ ਚੱਲੇ ਹਨ, ਤੇ ਪਤਾ ਲੱਗਿਆ ਵੀ ਅਸੀਂ ਅਨੰਦਪੁਰ ਸਾਹਿਬ ਚੱਲੇ ਆ ਗੁਰੂ ਗੋਬਿੰਦ ਸਿੰਘ ਨਾਲ ਲੜਾਈ ਕਰਨ। ਤਜ ਹੀ ਤਜਪੁਰ ਕੋ ਮੈਂ ਕਾਇਓ, ਬੜੇ ਵੇਗ ਤੇ ਇਤ ਲਗ ਆਇਓ। ਉਸੇ ਵੇਲੇ ਮੈਂ ਬੜੀ ਤੇਜ਼ੀ ਦੇ ਨਾਲ ਅਨੰਦਪੁਰ ਸਾਹਿਬ ਪਹੁੰਚਿਆ। ਸੁਧ ਗੁਰ ਕੋ ਦਿਓ ਸਕਲ ਸੁਨਾਈ, ਸਬਦਾ ਨੀਂਦਿਤ ਕਰੇ ਡਰਾਈ। ਤਾਂ ਕਿ ਮੈਂ ਜਲਦੀ ਤੋਂ ਜਲਦੀ ਇਹ ਖਬਰ ਗੁਰੂ ਕੀਆਂ ਫੌਜਾਂ ਨੂੰ, ਗੁਰੂ ਸਾਹਿਬ ਨੂੰ ਸੁਣਾ ਦੇਵਾਂ, ਤਾਂ ਕਿ ਇਹਦੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਹ ਤਿਆਰੀ ਕਰ ਲੈਣ ਜੰਗ ਦੀ। ਮੁਗਲ ਪਠਾਨ ਸਵਾ ਲਖ ਆਵਾ, ਮਹਿਤ ਜੰਗ ਕੋ ਸੰਗ ਬਨਾਵਾ। ਔਰ ਸੈਦ ਖਾਨ ਪਠਾਨ ਦੇ ਨਾਲ 1.25 ਲੱਖ 1.25 ਲੱਖ ਮੁਗਲ ਪਠਾਨ ਇਹਨਾਂ ਦੀ ਫੌਜ ਹੈ। ਪਹੁੰਚੇ ਆਨ ਅਨੰਦਪੁਰ ਕਾਲੀ, ਸੁਧ ਦੇ ਬੇਤ ਆਏ ਉਤਾਲੀ। ਕਾਲੀ ਭਾਵ ਕੱਲ ਨੂੰ ਦਿਨ ਚੜ੍ਹਦੇ ਨੂੰ ਉਹਨਾਂ ਨੇ ਉੱਥੋਂ ਚੱਲ ਪੈਣਾ, ਦਿਨ ਚੜ੍ਹਦੇ ਨੂੰ ਇੱਥੇ ਪਹੁੰਚ ਜਾਣਾ। ਇਸ ਕਰਕੇ ਉਹਨਾਂ ਨੇ ਕੱਲ ਨੂੰ ਇੱਥੇ ਪਹੁੰਚ ਜਾਣਾ। ਮੈਂ ਤੇਜ਼ੀ ਨਾਲ ਖਬਰ ਦੇਣ ਆਇਆ ਹਾਂ। ਸਭ ਸਤਿਗੁਰ ਕਰ ਸੋਚ ਸਨਾਨਾ, ਬੈਠੇ ਆਏ ਸੋ ਲਗੋ ਦੀਵਾਨਾ। ਇੰਨੇ ਗੱਲਾਂ ਬਾਤਾਂ ਕਰਦਿਆਂ ਦਿਨ ਚੜ੍ਹਨ ਵੱਲ ਜਾ ਰਿਹਾ ਹੈ ਤੇ ਅੰਮ੍ਰਿਤ ਵੇਲਾ ਹੋਇਆ, ਸਿੱਖ ਸੰਗਤਾਂ ਤਿਆਰ ਹੋਈਆਂ, ਦੀਵਾਨ ਸਜ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਸਿੰਘਾਸਨਾਂ ਤੇ ਬਿਰਾਜਮਾਨ ਹੁੰਦੇ ਹਨ। ਆਖਿਰ ਖਾਲਸਾ ਜਬ ਚਲ ਆਇਓ, ਸ਼੍ਰੀ ਕਲਗੀਧਰ ਤਬੇ ਅਲਾਇਓ। ਔਰ ਜਿਸ ਵੇਲੇ ਸਾਰੀਆਂ ਗੁਰੂ ਕੀਆਂ ਫੌਜਾਂ ਸਿੰਘ ਜੋ ਸਜ ਧੱਜ ਕੇ ਆਪਣੇ ਸ਼ਸਤਰਾਂ ਸਮੇਤ ਆ ਕੇ ਦੀਵਾਨ ਵਿੱਚ ਬੈਠੇ ਹਨ, ਸਿੱਖ ਸੰਗਤਾਂ ਬੈਠੀਆਂ, ਤੇ ਪਾਤਸ਼ਾਹ ਕਹਿਣ ਲੱਗੇ ਜੀ, ਸੈਨਾ ਸਿੰਘਨ ਕੀ ਅਬਸਾਰੀ, ਆਏ ਪਹੁੰਚ ਸੇ ਲਿਓ ਵਿਚਾਰੀ। ਔਰ ਇਸ ਵੇਲੇ ਗੁਰੂ ਕੀਆਂ ਦੀਆਂ ਹਜ਼ੂਰੀਆਂ ਦੇ ਵਿੱਚ ਜਿਹੜੀ ਫੌਜ ਬੈਠੀ ਹੈ 500 ਹੈ ਗਿਣਤੀ ਦੇ ਵਿੱਚ। ਜਿਨੇ ਜੇ ਸਾਧਨਾ ਬ੍ਰਿੰਦੀ ਗਏ, ਆਏ ਸਕੀਨੇ ਰਣ ਕੀ ਭਰੀ। ਕਿਉਂਕਿ ਹੁਣ ਕੰਮ ਰੁਕ ਗਿਆ ਸੀ ਜੰਗਾਂ ਯੁੱਧਾਂ ਦਾ। ਪਾਤਸ਼ਾਹ ਜੀ ਨੇ ਆਰਾਮ ਦੇ ਨਾਲ ਅਨੰਦਪੁਰ ਸਾਹਿਬ ਟਿਕਣਾ ਕੀਤਾ ਸੀ, ਤੇ ਸਿੰਘ ਜਿਹੜੇ ਸਨ ਘਰੋਂ ਘਰੀ ਚਲੇ ਗਏ ਸੀ ਗੇੜਾ ਮਾਰਨ। ਸ਼ਤਰੂ ਪ੍ਰਬਲ ਸਭਾ ਲਖ ਆਇਓ, ਮੰਤਰ ਗ੍ਰੀਸ਼ਨ ਮਿਲੇ ਪਕਾਇਓ। ਔਰ ਗੁਰੂ ਪਾਤਸ਼ਾਹ ਜੀ ਕਹਿੰਦੇ ਸਿੰਘੋ, ਸਿੰਘ ਆਪਣੇ ਗਏ ਹਨ ਨਗਰਾਂ ਦੇ ਵੱਲ, ਘਰਾਂ ਦੇ ਵੱਲ, ਤੇ ਸ਼ਤਰੂ ਜਿਹੜਾ ਹੈ ਪਰਬਲ ਬੜਾ ਤੇਜ਼ ਤਕੜਾ 1.25 ਲੱਖ ਜਿਹੜੀ ਹੈ ਫੌਜ ਲੈ ਕੇ ਆ ਰਿਹਾ ਸਾਡੇ ਨਾਲ। ਲੱਗਦਾ ਹੈ ਇਹ ਪਹਾੜੀ ਰਾਜਿਆਂ ਨੇ, ਇਹ ਰਾਜਿਆਂ ਦੇ ਬਜ਼ੁਰਗਾਂ ਨੂੰ, ਇਹਨਾਂ ਦੇ ਬੁੜਿਆਂ ਨੂੰ, ਜਿਹੜੇ ਗਵਾਲੀਅਰ ਦੇ ਕਿਲੇ 'ਚ ਕੈਦ ਸੀ ਨਾ, ਉਹਨਾਂ ਨੂੰ ਕੱਢ ਕੇ ਲਿਆਉਣ ਵਾਲੇ ਛੇਵੇਂ ਪਾਤਸ਼ਾਹ। ਕਹੋ ਸਤਨਾਮ। ਫਿਰ ਜਹਾਂਗੀਰ ਦੇ ਕੋਲੋਂ ਉਹਨਾਂ ਦੇ ਰਾਜ ਵਾਪਸ ਦਵਾਏ, ਜਿਨ੍ਹਾਂ ਦੇ ਵਿੱਚੋਂ 22 ਤਾਂ ਇਸ ਪਹਾੜੀ ਇਲਾਕੇ ਦੇ 22 ਧਾਰ ਦੇ ਰਾਜੇ ਬਣੇ। ਕਹੋ ਸਤਨਾਮ। ਤੋ ਇਸ ਤਰ੍ਹਾਂ ਹੁਣ ਉਹਨਾਂ ਦੇ ਜਿਹੜੇ ਪੁੱਤਰ ਹਨ ਜਾਂ ਪੋਤਰੇ ਹਨ, ਉਹ ਇਸੇ ਗੁਰੂ ਨਾਨਕ ਦੇ ਘਰ ਦੇ ਐਂਟੀ ਹੋ ਗਏ ਹਨ। ਇਹਨੂੰ ਕਹਿੰਦੇ ਆ ਅਕਿਰਤ ਘਣ, ਤੇ ਅਕਿਰਤ ਘਣ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਕਹਿੰਦੇ ਹੈ, ਕੁੱਤੇ ਦੇ ਮਾਸ ਤੋਂ ਵੀ ਮਾੜਾ ਹੈ। ਕੁੱਤਾ ਵੀ ਹਜੇ ਇਮਾਨਦਾਰ ਹੈ ਆਪਣੇ ਮਾਲਕ ਦੇ ਪ੍ਰਤੀ, ਪਰ ਇਹ ਕੁੱਤੇ ਤੋਂ ਵੀ ਮਾੜਾ ਹੁੰਦਾ ਅਕਿਰਤ ਘਣ ਜਿਹੜਾ ਹੁੰਦਾ। ਤਾਂ ਇਹਨਾਂ ਪਹਾੜੀਆਂ ਨੇ ਲੱਗਦਾ ਮਤਾ ਪਕਾਇਆ, ਸਲਾਹ ਭੇਜੀ ਹੈ। ਰਾਜਨ ਕੀ ਸੈਨਾ ਬੁਆਵੇ, ਮਿਲ ਕਰ ਪੁੰਜ ਅਦਕ ਪਰਲਾਵੇ। ਔਰ ਸਿੰਘੋ ਰਾਜਿਆਂ ਦੀ ਵੀ ਸੈਨਾ 1.25 ਲੱਖ, ਤੇ ਇਹ ਪਹਾੜੀ ਵੀ ਨਾਲ ਰਲਣਗੇ। ਜੇਕਰ ਬਨੇ ਸੁਚੀਤੀ ਤੁਮ ਤੇ, ਲੜਨ ਹਿਤ ਸੋ ਬਣੀ ਹਮ ਤੇ। ਤਾਂ ਦੱਸੋ ਸਿੰਘੋ ਲੜਾਈ ਕਰੋਗੇ? ਇੰਨੀ ਫੌਜ ਆ ਰਹੀ ਹੈ। ਸਤ ਖਾਲਸਾ ਅਕਲ ਉਚਾਰੇ, ਕਾਰਨ ਕਰਨ ਆਪੋ ਸਾਰੇ। ਸਿੰਘ ਕਹਿਣ ਲੱਗੇ ਕੰਮ ਤਾਂ ਸੋਡਾ ਮਹਾਰਾਜ, ਸਾਨੂੰ ਤਾਂ ਵਡਿਆਈ ਦੇਣੀ ਹੈ। ਸਤਿਗੁਰ ਨੂੰ ਆਪਣੀ ਵਡਿਆਈ ਭਾਵਦੇ ਗੁਰਸਿੱਖਾਂ ਕੀ ਜੈਕਾਰ ਕਰਾਵੇ। ਕਾਰਨ ਇੱਕ ਤਾਂ ਹੁੰਦਾ ਕਰਨਾ, ਉਹ ਤਾਂ ਹੁੰਦਾ ਹੱਥੀਂ ਕਰਨਾ, ਤੇ ਕਾਰਨ ਹੁੰਦਾ ਕਿਸੇ ਦੂਜੇ ਨੂੰ ਕੋਈ ਕਾਰਨ ਬਣਾ ਕੇ ਵਡਿਆਈ ਦੇ ਦੇਣੀ ਵੀ ਤੂੰ ਕੰਮ ਕਰਕੇ ਆ। ਜਿਸ ਤਰ੍ਹਾਂ ਤੀਸਰੇ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਰੋਜ਼ਾਨਾ ਜਿਹੜਾ ਪੱਟੀ ਤੋਂ ਦਹੀਂ ਲੈ ਕੇ ਆਉਂਦਾ, ਤੇ ਉਹ ਦਹੀਂ ਲੈ ਕੇ ਆਉਂਦਾ, ਤੇ ਸਤਿਗੁਰੂ ਪਾਤਸ਼ਾਹ ਜੀ ਉਸ ਦੀ ਦਹੀਂ ਸਾਰੀ ਸੰਗਤ ਵਿੱਚ ਵਰਤਾਉਂਦੇ, ਆਪ ਵੀ ਛਕਦੇ ਆ। ਸਵੇਰ ਦੇ ਲੰਗਰ 'ਚ ਪਹੁੰਚਦਾ ਉਹ, ਪਰ ਇੱਕ ਲੱਤ ਉਹਦੀ ਟੁੱਟੀ ਹੋਈ ਸੀ, ਫੌੜੀ ਨਾਲ ਚੱਲਦਾ ਸੀ। ਕੋ ਸਤਨਾਮ। ਤੇ ਗੁਰੂ ਪਿਆਰਿਓ, ਇੱਕ ਦਿਨ ਕੀ ਹੋਇਆ ਕਿ ਕੋਈ ਪੱਟੀ ਦਾ ਚੌਧਰੀ ਸੀਗਾ, ਹੰਕਾਰੀ ਜਿਹਾ ਬੰਦਾ, ਉਹਨੇ ਉਹਨਾਂ ਦੇ ਕੋਲੋਂ ਫੌੜੀ ਖੋਹ ਲਈ ਆ।
ਤੇ ਫਿਰ ਤੁਰੇ ਕਿਵੇਂ ਵਿਚਾਰਾ, ਸਿਰ ਤੇ ਮਟਕਾ ਦਹੀਂ ਵਾਲਾ ਰੱਖਿਆ ਹੋਇਆ, ਫੌੜੀ ਖੋ ਕੇ ਕਹਿੰਦਾ ਜੇ ਤੇਰਾ ਗੁਰੂ ਸਮਰੱਥ ਹੈ ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰਦਾਗਾ, ਐਵੇਂ ਦਹੀਂ ਚੱਕੀ ਫਿਰਦਾ ਸਾਧਾ ਮਗਰ, ਜਿਵੇਂ ਲੋਕ ਅੱਜ ਵੀ ਕਹਿ ਦਿੰਦੇ ਆ। ਤਾਂ ਵਾਹਵਾ ਚਿਰ ਨੂੰ ਰੋਕੀ ਰੱਖਿਆ, ਲੇਟ ਹੋ ਗਿਆ, ਕੋਈ ਘੰਟਾ ਤੇ ਘੰਟਾ ਲੇਟ ਪਹੁੰਚਿਆ, ਤੇ ਗੁਰੂ ਸਾਹਿਬ ਤੇ ਸੰਗਤਾਂ ਦੇ ਮੂਹਰੇ ਪ੍ਰਸ਼ਾਦਾ ਪਰੋਸਿਆ ਪਿਆ, ਤੇ ਉਡੀਕੀ ਜਾਂਦੀ ਹੈ ਵੀ ਆਇਆ ਨਹੀਂ ਦਹੀਂ ਵਾਲਾ ਅੱਜ। ਜਾਂ ਪਹੁੰਚਿਆ, ਪਾਤਸ਼ਾਹ ਕਹਿੰਦੇ ਵੀ ਲੇਟ ਹੋ ਗਿਆ ਜੀ, ਤੂੰ ਕੀ ਗੱਲ? ਬਸ ਮਹਾਰਾਜ ਵੈਸੇ ਹੀ ਲੇਟ। ਨਹੀਂ ਕਾਰਨ ਦੱਸ ਕੀ ਆ, ਕਿਉਂ ਲੇਟ ਹੋਇਆ? ਕਹਿਣ ਲੱਗਿਆ ਜੀ ਇਸ ਤਰ੍ਹਾਂ ਸਾਡੇ ਪਿੰਡ ਦਾ ਇੱਕ ਚੌਧਰੀ ਆ, ਉਹਨੇ ਮੇਰੀ ਫੌੜੀ ਖੋਲੀ, ਮੈਂ ਤੁਰਾਂ ਕਿਵੇਂ? ਮੈਨੂੰ ਕਹਿੰਦਾ ਜੇ ਤੂੰ ਦਹੀਂ ਲੈ ਕੇ ਜਾਣਾ ਗੁਰੂਆਂ ਕੋਲੇ, ਜੇ ਤੇਰਾ ਗੁਰੂ ਐਡਾ ਹੀ ਸਮਰੱਥ ਹੈ, ਤੇਰੀ ਲੱਤ ਕਿਉਂ ਨਹੀਂ ਠੀਕ ਕਰਦਾ? ਉਹ ਅੱਛਾ, ਨਾ ਤੂੰ ਕਿਹਾ ਨਾ ਮੈਂ ਕਦੇ ਧਿਆਨ ਦਿੱਤਾ, ਇਹੋ ਜਿਹੇ ਕੰਮ ਤਾਂ ਸਾਡੇ ਸਿੱਖ ਹੀ ਕਰ ਦਿੰਦੇ ਆ। ਕਹੋ ਸਤਿਨਾਮ। ਫਲਾਣੇ ਥਾਂ ਸਾਡਾ ਇੱਕ ਪਿਆਰਾ ਰਹਿੰਦਾ ਤੇ ਤੂੰ ਉਹਦੇ ਕੋਲੇ ਚਲੇ ਆ ਜਾ, ਉਹਨੂੰ ਕਹਿ ਕੇ ਮੈਨੂੰ ਗੁਰੂ ਸਾਹਿਬ ਨੇ ਭੇਜਿਆ, ਮੇਰੀ ਲੱਤ ਠੀਕ ਕਰ ਦੇ। ਇਹਨੂੰ ਕਹਿੰਦੇ ਆ ਕਾਰਨ। ਕਰਨ ਹੁੰਦਾ ਹੈ ਆਪ ਕਰਨਾ, ਕਾਰਨ ਹੁੰਦਾ ਹੈ ਬਹਾਨਾ ਬਣਾ ਕੇ ਕਿਸੇ ਹੋਰ ਤੋਂ ਕਰਾ ਦੇਣਾ। ਤਾਂ ਗੁਰੂ ਪਿਆਰਿਓ ਇਹ ਗਿਆ। ਹੁਣ ਉਹ ਬੜਾ ਅੜਬਜੇ ਸੁਭਾਅ ਦਾ ਸੀਗਾ, ਵੇਖਣ 'ਚ ਐਂ ਲੱਗਦਾ ਸੀ ਵੀ ਯਾਰ ਐਡੀ ਭਗਤੀ ਕਰਨ ਵਾਲਾ ਬੰਦਾ ਤੇ ਬੰਦਾ ਅੜਬ ਬੜਾ ਹੈ। ਉਹ ਜਾ ਕੇ ਕਹਿਣ ਲੱਗਿਆ ਭਾਈ ਸਾਹਿਬ ਜੀ ਮੈਨੂੰ ਗੁਰੂ ਸਾਹਿਬ ਨੇ ਭੇਜਿਆ, ਮੇਰੀ ਲੱਤ ਠੀਕ ਕਰ ਦਿਓ। ਕਹਿੰਦੇ ਵਗ ਜਾ, ਇਹ ਕੰਮ ਗੁਰੂ ਸਾਹਿਬ ਦੇ ਹੈ। ਸਿੱਖ ਗੁਰੂ ਨੂੰ ਵਡਿਆਈ ਦਿੰਦਾ, ਭਾਵੇਂ ਉਹਦੀ ਬੋਲਬਾਣੀ ਐਸਾਂ ਦੀ ਹੈ, ਪਰ ਉਹ ਆਪ ਕੁਛ ਨਹੀਂ ਕਰਨਾ ਚਾਹੁੰਦਾ, ਇਹ ਗੁਰੂ ਸਾਹਿਬ ਦੀ ਹੁਕਮ ਹੈ। ਉਹ ਕਹਿੰਦਾ ਵਗ ਜਾ ਇੱਥੋਂ, ਇਹ ਗੁਰੂ ਸਾਹਿਬ ਦਾ ਕੰਮ ਹੈ, ਮੈਂ ਨਹੀਂ ਕਰ ਸਕਦਾ ਗਾ। ਮੁੜਿਆ ਆ ਪਾਤਸ਼ਾਹ ਜੀ, ਉਹ ਤਾਂ ਐਂ ਕਹਿੰਦਾ। ਪਾਤਸ਼ਾਹ ਕਹਿੰਦੇ ਉਹਦੇ ਮਗਰ ਪੈ ਜਾ, ਖਹਿੜੇ ਪੈ ਜਾ, ਉਹ ਆਪੇ ਤੇਰਾ ਕੰਮ ਕਰੂਗਾ। ਅਖੀਰ ਉਸੇ ਤਰ੍ਹਾਂ ਸਮਝਾਏ ਮੁਤਾਬਕ ਖਹਿੜੇ ਪੈ ਗਏ। ਭਾਈ ਸਾਹਿਬ ਜੀ ਨਹੀਂ, ਗੁਰੂ ਸਾਹਿਬ ਨੇ ਕਿਹਾ ਤੁਸੀਂ ਇਹ ਕੰਮ ਕਰ ਸਕਦੇ ਹੋ। ਕਹਿੰਦੇ ਵਗ ਜਾ ਯਾਰ। ਜਦੋਂ ਬਹੁਤਾ ਹੀ ਖਹਿੜੇ ਪੈ ਗਿਆ ਤੇ ਉਹ ਲੱਕ ਚੱਕ ਕੇ ਸੋਟੀ ਤੇ ਮਗਰ ਪੈ ਗਿਆ। ਕਹਿੰਦੇ ਖੜ ਜਾ, ਮੈਂ ਦੂਜੀ ਵੀ ਕਰਦਾ ਬਰਾਬਰ। ਉਹਨੇ ਵੇਖਿਆ ਵੀ ਤਾਂ ਕੁੱਟੂਗਾ, ਹੁਣ ਸੋਟੀ ਚੱਕ ਲਈ, ਤਾਂ ਬੜਾ ਵੈੜਾ ਬੰਦਾ ਹੈ। ਤੇ ਘੋੜੀ ਆਪਣੇ ਕੋਲ ਹੀ ਪਈ ਸੀ, ਉਹਦੀ ਬਹਿੰਗੀ ਆਪਣਾ ਜਿਹੜੀ ਲੱਤ ਸੀ ਲੱਕੜ ਦੀ। ਤਾਂ ਗੁਰੂ ਪਿਆਰਿਓ ਉਸ ਨੂੰ ਚੱਕ ਕੇ ਭੱਜ ਲਿਆ। ਉਹ ਹੁਣ ਕਿੰਨਾ ਕੁ ਭੱਜਦਾ, ਵਾਵਾ ਭੱਜਿਆ ਤੇ ਮਗਰੇ ਉਹ ਭੱਜਿਆ। ਤੇ ਭੱਜਦਿਆਂ ਹੱਥ ਵਿੱਚੋਂ ਗੁਰੂ ਪਿਆਰਿਓ ਫੌੜੀ ਉਹਦੀ ਡਿੱਗ ਪਈ, ਪਰ ਫਿਰ ਵੀ ਭੱਜਿਆ ਜਾ ਰਿਹਾ। ਪਤਾ ਨਹੀਂ ਲੱਗਿਆ ਉਹਨੂੰ ਕਿਹੜੇ ਵੇਲੇ ਫੌੜੀ ਡਿੱਗ ਪਈ, ਉਹ ਭੱਜਿਆ ਜਾ ਰਿਹਾ ਹੈ। ਤੇ ਇਹ ਮਗਰਲਾ ਸੋਟੀ ਵਾਲਾ ਮੁੜਿਆ ਆ ਪੁੱਠਾ। ਗਾਂਹ ਜਾ ਕੇ ਉਹਨੇ ਦੇਖਿਆ ਵੀ ਫੌੜੀ ਤਾਂ ਡਿੱਗ ਪਈ ਸੀ, ਮੇਰੇ ਕਿਵੇਂ ਭੱਜਿਆ ਗਿਆ ਮੈਂ ਇੱਕ ਲੱਤੇ, ਤੇ ਦੋਨੇ ਲੱਤਾਂ ਠੀਕ ਹੋਈਆਂ ਪਈਆਂ, ਤੇ ਪੁੱਠਾ ਮੁੜਿਆ ਆ। ਤੇ ਪੈਰੀ ਪੈਂਦਾ, ਵਾਹ ਮਹਾਰਾਜ ਬੜੀ ਕਿਰਪਾ ਕੀਤੀ ਆ, ਤਾਂ ਕਮਾਲ ਕਰਤੀ, ਵੇਖੋ ਲੱਤ ਠੀਕ ਹੋ ਗਈ ਤੁਹਾਡੀ ਕਿਰਪਾ ਨਾਲ। ਕਹਿੰਦੇ ਵਗ ਜਾ ਯਾਰ, ਇਹ ਕੰਮ ਤਾਂ ਗੁਰੂ ਸਾਹਿਬਾਂ ਦੇ ਲਾਂਭੇ ਸਾਨੂੰ ਦਵਾ ਦਿੰਦੇ ਆ। ਭਾਵ ਇਹ ਵਡਿਆਈ ਨੂੰ ਰੱਬ ਦੇ ਪਿਆਰੇ ਲਾਂਭਾ ਹੀ ਸਮਝਦੇ ਆ। ਕਹੋ ਸਤਿਨਾਮ। ਜਾ ਵਗ ਜਾ, ਇਹ ਕੰਮ ਤਾਂ ਗੁਰੂ ਸਾਹਿਬ ਦਾ ਹੈ, ਸਾਡਾ ਨਹੀਂ ਹੈਗਾ। ਮੈਂ ਕਦੋਂ ਕੀਤਾ? ਮੈਂ ਤਾਂ ਤੈਨੂੰ ਕੁੱਟਣ ਭੱਜਿਆ ਸੀਗਾ, ਇਹ ਪਤਾ ਨਹੀਂ ਕਿਵੇਂ ਠੀਕ ਹੋ ਗਈ। ਜਾ ਵਗ ਜਾ ਇੱਥੋਂ। ਕਹੋ ਸਤਿਨਾਮ। ਜਾ ਬਸ ਠੀਕ ਹੈ, ਜਾ ਵਗ ਜਾ ਇੱਥੋਂ, ਠੀਕ ਹੈ ਬਸ। ਤੋ ਕਹਿਣ ਤੋਂ ਭਾਵ ਹੈ ਕਾਰਨ ਕਰਨ। ਕਾਰਨ ਕੋਈ ਬਹਾਨਾ ਬਣਾ ਕੇ ਕਿਤੋਂ ਵੀ ਸਿੱਖ ਦਾ ਕੰਮ ਕਰਵਾ ਦੇਣਾ, ਕਰਨਾ ਹੁੰਦਾ ਹੈ ਆਪ। ਸਿੱਖ ਕਹਿਣ ਲੱਗੇ ਮਹਾਰਾਜ ਤੁਸੀਂ ਆਪ ਹੀ ਕਾਰਨ ਹੋ, ਸਾਡੇ ਵਿੱਚ ਕੀ ਤਾਕਤ ਹੈ ਕਿ ਅਸੀਂ ਕੁਝ ਕਰ ਸਕੀਏ ਜੀ। ਜਬ ਗੁਣ ਸਾਰ ਪਈ ਦਿਨ ਚੜਿਓ, ਸਿੰਘਨ ਬਿਕੇ ਵੀਰ ਰਸ ਬੜਿਓ। ਇਤਨੇ ਵਿਚਾਰਾਂ ਸੁਭਾ ਹੋਈਆਂ ਸਨ ਬੈਠ ਕੇ ਦੀਵਾਨ ਦੇ ਵਿੱਚ। ਦਿਨ ਚੜ ਗਿਆ, ਭੁਨਸਾਰ ਕਹਿੰਦੇ ਆ ਸੂਰਜ ਚੜ ਜਾਣਾ। ਜਦ ਸੂਰਜ ਚੜ੍ਹਿਆ, ਦਿਨ ਚੜ੍ਹਿਆ, ਸਿੰਘਾਂ ਦੇ ਵਿੱਚ ਨਿਤਨੇਮ ਤੋਂ ਵਿਹਲੇ ਹੋਏ, ਸਵੇਰ ਦੇ ਸਮਾਪਤੀ ਹੋਈ ਦੀਵਾਨਾਂ ਦੀ, ਔਰ ਸਿੰਘਾਂ ਦੇ ਵਿੱਚ ਜੰਗ ਦੇ ਲਈ ਵੀਰ ਜਸ ਵੀਰ ਰਸ ਜੋਸ਼ ਭਰ ਗਿਆ ਜੀ। ਸ਼ਾਸਤਰ ਬਾਸਤਰ ਨਿਜ ਤਰੰਗ ਸਵਾਲੇ, ਜੀਨ ਸਬਰੀ ਤਤ ਚਿਰ ਡਾਲੇ। ਔਰ ਦੀਵਾਨਾਂ ਦੀ ਸਮਾਪਤੀ ਹੁੰਦੀਆਂ ਹੀ ਸਿੰਘ ਤਿਆਰ ਪਰ ਤਿਆਰ ਹੋ ਕੇ ਘੋੜਿਆਂ ਵੱਲ ਗਏ, ਤੇ ਘੋੜਿਆਂ ਤੇ ਕਾਠੀਆਂ ਕਸੀਆਂ ਹਨ। ਭਈ ਪ੍ਰਭਾਤ ਸੁਰਖ ਦਲ ਆਏ, ਦੁੱਧ ਬਾਜੇ ਪੁਰ ਸੁਨ ਪਾਏ। ਔਰ ਇਧਰੋਂ ਸਿੰਘ ਚੱਲ ਪਏ ਹਨ ਲੈ ਕੇ ਘੋੜਿਆਂ ਤੇ ਸਵਾਰ ਹੋ ਕੇ, ਤੇ ਉਧਰੋਂ ਜਿਹੜਾ ਹੈ ਕਹਿੰਦੇ ਸੈਨ ਖਾਨ ਵੀ ਪਹੁੰਚਿਆ ਜੀ। ਭਈ ਜੰਗ ਕੀ ਤਿਆਰੀ ਜਬੈ, ਮੇਮੋ ਖਾਂ ਪਠਾਨਿਕ ਤਬੈ। ਇਧਰ ਜੰਗ ਦੀ ਤਿਆਰੀ ਹੋ ਗਈ, ਤੇ ਉਧਰ ਪਠਾਨਾਂ ਦੇ ਵਿੱਚ ਇੱਕ ਪਠਾਨ ਹੈ ਮੇਮੂ ਖਾਨ। ਸ੍ਰੀ ਗੁਰ ਕੋ ਚਾਕਰ ਬੜ ਜੋਦਾ, ਜੰਗ ਸਮੇਂ ਡੰਗ ਕੇ ਕਰ ਕਰੋਧਾ। ਜਿਹੜਾ ਗੁਰੂ ਜੀ ਦਾ ਨੌਕਰ ਰਿਹਾ ਕਿਸੇ ਵੇਲੇ,
ਔਰ ਉਸ ਨੇ ਗੁਰੂ ਸਾਹਿਬਾਂ ਦੇ ਜੰਗਾਂ ਨੂੰ ਦੇਖਿਆ ਵੀ ਹੈ। ਪ੍ਰਭ ਕੇ ਪਾਸ ਆਏ ਕਰ ਭਾਖਾ, ਪਾਤਸ਼ਾਹ ਜਿਸ ਹਿਤ ਤੁਮ ਰਾਖਾ। ਤਾਂ ਇਹ ਪਠਾਨ ਕਹਿਣ ਲੱਗਿਆ, ਮਹਾਰਾਜ ਜਿਸ ਕੰਮ ਦੇ ਲਈ ਤੁਸੀਂ ਮੈਨੂੰ ਰੱਖਿਆ ਹੈ, ਸੋ ਸਭ ਤਨ ਕੋ ਡੇਰਾ ਦੀਨਾ, ਸਭ ਕੋ ਜਮਾਦਾਰ ਮੁਝ ਕੀਨਾ। ਔਰ ਮਹਾਰਾਜ ਸਾਰੇ ਸੂਰਬੀਰਾਂ ਨੂੰ ਡੇਰਾ ਦਿੱਤਾ ਗਿਆ ਹੈ, ਸਾਰਿਆਂ ਦਾ ਜਮਾਦਾਰ ਮੁਖੀ ਮੈਨੂੰ ਬਣਾਇਆ ਗਿਆ ਜੀ। ਜਿਮ ਕੇ ਆਪ ਕੋ ਖਾਏ ਵਸ਼ੀਕੋ, ਤੈ ਬਹਾਦਰੀ ਕੋ ਜਬ ਦੇਖੋ। ਔਰ ਮਹਾਰਾਜ ਮੈਂ ਵੀ ਤੁਹਾਡਾ ਲੂਣ ਖਾਧਾ ਹੈ, ਤੁਹਾਡਾ ਨਮਕ ਖਾਧਾ ਹੈ, ਹੁਣ ਤੁਸੀਂ ਮੇਰੀ ਬਹਾਦਰੀ ਵੀ ਦੇਖਿਓ। ਸੁਨ ਪ੍ਰਸੰਨ ਕਲਗੀਧਰ ਹੈ ਕੈ, ਇੱਕ ਕਮਾਨ ਕੋ ਬਖਸ਼ਨ ਕਹਿ ਕੈ। ਇਹ ਮੇਮੂ ਖਾਨ ਪਠਾਨ ਇੱਧਰ ਸਤਿਗੁਰਾਂ ਦੀ ਹਜ਼ੂਰੀ 'ਚ ਹੀ ਹੈ। ਕਹਿਣ ਲੱਗੇ ਮੇਮੂ ਖਾਨ ਪਠਾਨ ਨੂੰ ਸਤਿਗੁਰਾਂ ਨੇ ਖੁਸ਼ੀ ਵਿੱਚ ਆ ਕੇ ਇੱਕ ਕਮਾਨ ਦਿੱਤਾ ਹੈ। ਕਹਿਓ ਸ਼੍ਰੀ ਕਮਾਰਨੋ ਨੀਕੋ, ਸਨਮੁਖ ਆਏ ਕਰ ਤੋਣੀ ਕੋ। ਤਾਂ ਗੁਰੂ ਜੀ ਨੇ ਕਿਹਾ ਸ਼ਰੀਕ ਨੂੰ ਮਾਰਨਾ ਹੀ ਚੰਗਾ ਹੈ, ਹੁਣ ਸਾਹਮਣੇ ਆ ਗਿਆ ਹੈ ਤੇ ਤੂੰ ਵੀ ਅੱਗੋਂ ਹੋ ਕੇ ਲੜਾਈ ਕਰ। ਦੁਤੀਏ ਸੈਦ ਦੇ ਗੁਮਰਾਹੋ, ਡੇਰਾ ਪੂਰਬ ਦੀਨ ਲੁਟਾਓ। ਇਸ ਤਰ੍ਹਾਂ ਦੂਸਰਾ ਸੈਦ ਬੇਗ ਉਮਰਾਵ ਖਾਨ ਜਿਸ ਨੇ ਪਹਿਲਾਂ ਆਪਣਾ ਡੇਰਾ ਲੁਟਾ ਦਿੱਤਾ ਜੀ। ਸੋ ਬਿਆਨ ਕਰੋ ਜਬ ਪਿਓ, ਸਤਿਗੁਰ ਪਾਤਸ਼ਾਹ ਪਿਕ ਲਿਓ। ਉਹ ਵੀ ਆ ਕੇ ਖੜਾ ਹੋ ਗਿਆ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਜਦ ਵੇਖਿਆ, ਪੂਰਬ ਜਨਮ ਵਿਖੇ ਸਿੱਖ ਪਿਓ, ਸ਼੍ਰੀ ਨਾਨਕ ਸੰਗ ਮਿਲ ਮਗ ਲਿਓ। ਗੁਰੂ ਸਾਹਿਬ ਜੀ ਨੇ ਸੋਚਿਆ ਵੀ ਇਹ ਤਾਂ ਸਾਡਾ ਪੁਰਾਣਾ ਸਿੱਖ ਹੈ, ਗੁਰੂ ਨਾਨਕ ਜੀ ਦੇ ਸਮੇਂ ਤੋਂ। ਇਸ ਕੋ ਵੀ ਬਖਸ਼ੇ ਗੁਰਾਯੁਧ, ਪਿਓ ਸੁਚੇਤ ਸੋ ਕਰਨ ਮਾ ਜੁਦ। ਇਸ ਨੇ ਵੀ ਜਦ ਆ ਕੇ ਨਮਸਕਾਰ ਕੀਤੀ, ਪਾਤਸ਼ਾਹ ਨੇ ਇਹਨੂੰ ਵੀ ਸ਼ਸਤਰ ਦੇ ਦਿੱਤੇ ਜੀ। ਆਪਣੋ ਸਿੱਖ ਜਾਣ ਹਿਤ ਕਰਿਓ, ਤਿਸ ਕੇ ਸਿਰ ਪਰ ਨਿਜ ਕਰ ਧਰਿਓ। ਆਪਣੇ ਪਹਿਲੇ ਜਾਮੇ ਦਾ ਸਿੱਖ ਜਾਣ ਕੇ ਇਹਦੇ ਸਿਰ ਤੇ ਹੱਥ ਰੱਖਿਆ। ਇਹਨੂੰ ਕਹਿੰਦੀ ਆ ਕਾਰਨ ਭਾਵ ਬਖਸ਼ਾ ਕਰਨੀਆਂ ਜੰਗ ਦੇ ਵਾਸਤੇ। ਆਪ ਤਾਂ ਪਾਸੇ ਖੜ ਕੇ ਵੇਖਦਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਜਿਸ ਪਰਮੇਸ਼ਰ ਨੇ ਦੁਨੀਆ ਬਣਾਈ ਹੈ ਨਾ, ਉਹ ਤਾਂ ਵੇਖ ਵੇਖ ਕੇ ਹੱਸਦਾ ਹੈ। ਜਿਵੇਂ ਕਿਤੇ ਪਹਿਲੀ ਵਾਰ ਸਾਇੰਸ ਨੇ ਟੈਲੀਵਿਜ਼ਨ ਬਣਾਇਆ ਹੋਊਗਾ, ਫਿਰ ਫੋਟੋਆਂ ਭੱਜੀਆਂ ਹੋਣਗੀਆਂ ਉਹਦੇ ਵਿੱਚ, ਫਿਰ ਹੱਸੇ ਹੋਣਗੇ ਵੀ ਕਿੱਡਾ ਸੋਹਣਾ ਚੱਲਦਾ। ਕੋਈ ਸਤਨਾਮ ਬਣਾਉਣ ਵਾਲੇ ਵੀ ਆਪ ਹੀ ਹੈ, ਬਣਵਾਇਆ ਪਰਮੇਸ਼ਰ ਨੇ ਹੈ। ਇਸੇ ਤਰ੍ਹਾਂ ਪਰਮੇਸ਼ਰ ਵੀ ਦੇਖ ਦੇਖ ਹੱਸਦਾ ਹੈ। ਵੇਖੋ ਵੇਖੋ ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਜਬ ਕਛ ਪਾਵੇ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਇਸੇ ਤਰ੍ਹਾਂ ਅਸੀਂ ਪੁਤਲੇ ਹਾਂ, ਉਹਦੀਆਂ ਮੂਰਤੀਆਂ ਹਾਂ। ਜਿਵੇਂ ਚਲਾਉਂਦਾ ਉਵੇਂ ਅਸੀਂ ਚੱਲਦੇ ਹਾਂ। ਜਿਉਂ ਬੁਲਾਵੇ ਤਿਉਂ ਬੋਲਾ, ਸੁਆਮੀ ਜਹ ਭੇਜੇ ਤਹ ਜਾਵਾਂ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਮਾਨੋ ਇਹਨਾਂ ਤਿਉ ਹਾਂ ਪਠਾਨਾਂ ਤੇ ਕਿਰਪਾ ਕਰ ਦਿੱਤੀ ਜੀ। ਦੋਨੋਂ ਬੜੇ ਵੀਰ ਤਬ ਗਏ, ਨਿਕਸੇ ਸਿੰਘ ਸੰਗ ਸਭ ਲਏ। ਔਰ ਇਹਨਾਂ ਦੋਹਾਂ ਨੂੰ ਜਰਨੈਲੀ ਦੇ ਦਿੱਤੀ ਹੈ, ਮੂਹਰੇ ਲਾ ਦਿੱਤਾ ਹੈ ਸਿੰਘਾਂ ਦੇ, ਔਰ ਨਾਲ ਸਿੰਘਾਂ ਨੂੰ ਲੈ ਕੇ ਚੱਲ ਪਏ ਜੀ। ਤਲ ਕੀ ਝੂਲਤ ਆਪ ਰੂਡੇ, ਕੋਨੇ ਲਖੇ ਜਿਨੋ ਗੁਰ ਗੂਡੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਦਿਲਾਂ ਦੀਆਂ ਕੌਣ ਜਾਣਦਾ ਹੈ ਕਿ ਉਹ ਕਿਸ ਤਰ੍ਹਾਂ ਕਲਾ ਘੁਮਾ ਦੇਣ। ਜਦੋਂ ਪਾਤਸ਼ਾਹ ਆਪਣੀ ਕਲਾ ਨੂੰ ਘੁਮਾਉਂਦੇ ਆ, ਫਿਰ ਪਤਾ ਨਹੀਂ ਕੀ ਕੁਝ ਹੋ ਸਕਦਾ ਹੈ। ਕੀੜਾ ਥਾਪਦੇ ਪਾਤਸ਼ਾਹੀ ਲਸ਼ਕਰ ਕਰੇ ਸਭਾ, ਤਾਂ ਕਲਗੀ ਝੂਲਤ ਸੀਸ ਉੱਪਰ ਕਲਗੀ ਸੁੰਦਰ ਸ਼ੋਭ ਰਹੀ ਹੈ, ਝੂਲ ਰਹੀ ਹੈ। ਔਰ ਆਪਣੇ ਘੋੜੇ ਤੇ ਸਵਾਰ ਹੋਏ ਤੇ ਚੱਲ ਪਏ ਜੀ। ਸਮੋਕਰੀ ਪੁਨ ਕੇ ਜਬ ਚਿਰ ਪਏ, ਰਾਜੇ ਤੁਰਕ ਸਕਲ ਮਿਲ ਗਏ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਵੀ ਮਗਰ ਜਾ ਰਹੇ ਹੈ। ਮੂਹਰੇ 500 ਸਿੰਘ ਅਤੇ 2 ਨੇ ਪਠਾਨ ਅੱਗੇ ਅੱਗੇ ਜਾ ਰਹੇ ਹਨ। ਔਰ ਗੁਰੂ ਪਿਆਰਿਓ, ਇਸ ਤਰ੍ਹਾਂ ਅੱਗੋਂ ਫਿਰ ਉਹਨਾਂ ਦੀਆਂ ਫੌਜਾਂ ਵੀ ਕਹਿੰਦੇ ਆ ਗਈਆਂ ਤੇ ਪਹਾੜੀਏ ਵੀ ਨਾਲ ਰਲ ਗਏ ਜੀ। ਅਬ ਲੋਕਤ ਸਿੰਘਨ ਤੇ ਨਿਓਰਾ, ਗੁਰਸਨ ਕਹਿਓ ਖਰਚ ਰਨ ਥੋਰਾ। ਤੇ ਕਹਿਣ ਲੱਗੇ, ਸਿੰਘਾਂ ਨੇ ਉਹਨਾਂ ਵੱਲ ਦੇਖ ਕੇ ਗੁਰੂ ਜੀ ਨੂੰ ਕਿਹਾ, ਯੁੱਧ ਦਾ ਖਰਚਾ ਥੋੜਾ ਹੈ, ਭਾਵ ਸਾਡੀ ਯੁੱਧ ਕਰਨ ਵਾਲੀ ਸੈਨਾ ਬਹੁਤ ਥੋੜੀ ਹੈ। ਮਹਾਰਾਜ ਜੇ ਗਿਣਤੀ ਵੇਖੀਏ ਤੇ ਇਹਨਾਂ ਦਾ ਤਾਂ ਉਹ ਲਾਰਾ ਦਿਸ ਨੂੰ ਹਟ ਜਾਂਦਾ, ਇੰਨੀ ਦੂਰੀ ਤੱਕ ਹੈ। ਅਸੀਂ ਤਾਂ 500 ਸਿੰਘ ਹਾਂ। ਰੱਬ ਬੋਲੇ ਤੇ ਗਮੋਂਦਨ ਕਰੋ, ਖਰਚ ਲੜਾਈ ਸਿਕਹਿਤ ਧਰੋ। ਓ ਵਾਹ ਵਾਹ ਸਿੰਘੋ, ਲੈ
ਤੁਸੀਂ ਨੇਤਰ ਬੰਦ ਕਰਕੇ ਦੇਖੋ ਭਲਾ ਕਿੰਨੀ ਫੌਜ ਹੈ ਤੁਹਾਡੇ ਨਾਲ ਵੀ। ਲੜਾਈ ਦਾ ਖਰਚਾ ਬਹੁਤ ਹੈ, ਭਾਵ ਲੜਾਈ ਹੋਊਗੀ ਤੇ ਸਰੀਰ ਲੱਗਣਗੇ, ਤੇ ਸਰੀਰ ਲੱਗਣੇ ਤੇ ਸਰੀਰਾਂ ਦਾ ਖਰਚਾ ਹੋਣਾ, ਮੌਤ ਹੋਣੀ ਹੈ ਜਦੋਂ ਸਰੀਰਾਂ ਦੀ ਖਰਚਾ ਹੋ ਜਾਣਾ। ਤਾਂ ਉਸ ਵੇਲੇ ਗੁਰੂ ਪਿਆਰਿਓ ਕੀ ਹੋਇਆ ਹੈ, ਕਹਿੰਦੇ ਜਿਸ ਵੇਲੇ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਖਰਚਾ ਥੋੜ੍ਹਾ, ਭਾਵ ਅਸੀਂ ਥੋੜ੍ਹੇ ਹਾਂ, ਪਾਤਸ਼ਾਹ ਕਹਿੰਦੇ ਨੇਤਰ ਬੰਦ ਕਰਕੇ ਦੇਖੋ ਤਾਂ ਗੁਰ ਕੇ ਕਹੇ ਮੂਦ ਦ੍ਰਿਗ ਲੀਨਾ, ਰਚਨਾ ਬੜੀ ਵਿਲੋਕਨ ਕੀਨਾ। ਕਹਿਣ ਲੱਗੇ ਜਿਸ ਵੇਲੇ ਸਿੱਖਾਂ ਦੇ ਕਹਿਣ ਤੇ, ਉਹਨਾਂ ਗੁਰੂ ਸਾਹਿਬ ਦੇ ਕਹਿਣ ਤੇ ਸਿੱਖਾਂ ਨੇ ਕਹਿੰਦੇ ਸੀਸ ਨੇਤਰ ਬੰਦ ਕੀਤੇ, ਤੇ ਬੰਦ ਨੇਤਰ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਸ਼ਹੀਦੀ ਫੌਜਾਂ ਦਿਖਾਈ ਦਿੱਤੀਆਂ ਜੀ। ਨਾ ਕੋਈ ਦਲ ਚੜੇ ਨਿਹਾਰੇ, ਅਨਕ ਰੀਤ ਕੇ ਅਯੁੱਧ ਧਾਰੇ। ਕੀ ਵੇਖਦੇ ਐ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਹਨ ਫੌਜਾਂ, ਤੇ ਜਿਨ੍ਹਾਂ ਕੋਲੇ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਹਨ। ਕਤ ਰੰਗਨ ਪਰ ਚੜ ਰਹੇ, ਤੁਨਕ ਤੁਪ ਕੈਸ ਢਾਲਣ ਗਏ। ਕੋਈ ਘੋੜਿਆਂ ਤੇ ਸਵਾਰ, ਕੋਈ ਪੈਦਲ ਹਨ, ਕਿਸੇ ਦੇ ਹੱਥ ਵਿੱਚ ਧੁਨਖ ਬੰਦੂਕਾਂ ਤੇ ਕਿਸੇ ਦੇ ਹੱਥ ਵਿੱਚ ਤਲਵਾਰ ਢਾਲ ਫੜੀ ਹੈ। ਪੈਦਲ ਕੀਤ ਗਏ ਸਵਦਾਨੇ, ਹਿਤ ਜੰਗ ਕੇ ਸੁਰ ਠਾਨੇ। ਔਰ ਜਿਨ੍ਹਾਂ ਦੀਆਂ ਅੱਖਾਂ ਲਾਲ ਹੋਈਆਂ, ਜੰਗ ਦੇ ਮੈਦਾਨ ਵਿੱਚ ਲੜਨ ਦੀਆਂ ਤਿਆਰੀਆਂ ਖਿੱਚ ਕੇ ਆਏ ਲੱਗਦੇ ਆ। ਇਹਨਾਂ 500 ਸਿੰਘਾਂ ਨੇ ਕਹਿੰਦੇ ਉਹ ਗੈਬੀ ਫੌਜਾਂ ਦੀ ਤਾਕਤ ਵੇਖੀ ਆ, ਹੈਰਾਨ ਹੋ ਗਏ ਵੀ ਇਹ ਤਾਂ ਫੌਜਾਂ ਉਦੋਂ ਵੀ ਜਾ ਰਹੇ ਆ ਜਿੰਨੀਆਂ ਅਸੀਂ ਸਮਝਦੇ ਸੀ ਘੱਟ ਹਾਂ, ਪਰ ਉਹਨਾਂ ਤੋਂ ਕਿਤੇ ਜ਼ਿਆਦੇ ਹਨ। ਧੂਲ ਰੇਤ ਬਾਰੂਦ ਦਿਖਾਏ, ਗੁਲਕਾ ਜੀ ਪਾਤਰ ਸਮਦਾਏ। ਔਰ ਇਸ ਤਰ੍ਹਾਂ ਉਹਨਾਂ ਨੂੰ ਸਿੰਘਾਂ ਨੂੰ ਜਿਨ੍ਹਾਂ ਨੇ ਕਿਹਾ ਸੀ ਆਪਣੀ ਫੌਜ ਥੋੜ੍ਹੀ ਹੈ, ਪਾਤਸ਼ਾਹ ਨੇ ਸਾਰਾ ਰੇਤਾ ਹੀ ਬਰੂਦ ਵਿਖਾ ਦਿੱਤਾ, ਤੇ ਜਿਹੜੇ ਪੱਥਰ ਸੀ ਉਹਨਾਂ ਨੂੰ ਗੋਲੇ ਬਣਾ ਕੇ ਵਿਖਾ ਦਿੱਤਾ ਜੀ। ਤਰਕਸ਼ ਤੀਰ ਬਰੇ ਦਿਸ ਆਵੈ, ਚਾਹਤ ਹੈ ਅਬ ਜੰਗ ਮਚਾਵੈ। ਔਰ ਉਹਨਾਂ ਗੈਬੀ ਫੌਜਾਂ ਦੇ ਹੱਥਾਂ ਵਿੱਚ ਤਰਕਸ਼, ਮੋਢਿਆਂ ਤੇ ਤੀਰਾਂ ਦੇ ਪੱਥੇ ਟੰਗੇ ਹੋਏ, ਜਿਹੜੇ ਲੜਨ ਨੂੰ ਤਿਆਰ ਹਨ। ਦੇਖ ਦੇਖ ਸਭ ਸਿੰਘ ਆਨੰਦੇ, ਚਾਹਤ ਜੰਗ ਦੋਨੋਂ ਕਰ ਬੰਦੇ। ਔਰ ਦੇਖ ਕੇ ਸਿੰਘ ਖੁਸ਼ ਹੋ ਰਹੇ ਹਨ। ਫਿਰ ਨੇਤਰ ਖੋਲੇ, ਸਾਰਿਆਂ ਨੇ ਹੱਥ ਬੰਨ੍ਹ ਕੇ ਨਮਸਕਾਰ ਕੀਤੀ, ਵਾਹ ਮਹਾਰਾਜ ਤੂੰ ਕੁਛ ਵੀ ਕਰ ਸਕਦਾ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਗਿਰਾਵੈ, ਚੜ੍ਹੇ ਆਕਾਸ਼ ਗਿਰਾਵੈ, ਧਰਤੀ ਤੇ ਆਕਾਸ਼ ਚੜ੍ਹਾਵੈ, ਚੜ੍ਹੇ ਆਕਾਸ਼ ਗਿਰਾਵੈ, ਥੱਲਿਓਂ ਆਕਾਸ਼ ਤੇ ਚੜ੍ਹਾ ਦੇ, ਤਾਹਾਂ ਤੋਂ ਥੱਲੇ ਡੇਗ ਦੇਵੇਂ, ਇਹ ਤੇਰੀ ਵਿੱਚ ਕਲਾ ਹੈ। ਕਹੋ ਸਤਿਨਾਮ। ਜਲ ਤੇ ਥਲ ਕਰ, ਜਿੱਥੇ ਪਾਣੀ ਆ ਉੱਥੇ ਧਰਤੀ ਵਿਖਾ ਦੇਵੇਂ ਸੁੱਕੀ, ਤੇ ਜਿੱਥੇ ਧਰਤੀ ਆ ਉੱਥੇ ਟੋਹੇ ਵਿਖਾ ਦੇਵੇਂ, ਨਦੀਆਂ ਵਿਖਾ ਦੇਵੇਂ। ਕਹੋ ਸਤਿਨਾਮ। ਕਮਾਲ ਦੀ ਗੱਲ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਜਿੱਥੇ ਖੂਹ ਹੋਣ ਉੱਥੇ ਤੂੰ ਵੱਡੇ ਵੱਡੇ ਪਹਾੜ ਵਿਖਾ ਦੇਵੇਂ, ਇਹ ਤੇਰੀ ਕਲਾ ਹੈ। ਜਿਵੇਂ ਇੱਥੇ ਸਿੰਘਾਂ ਨੂੰ ਗੈਬੀ ਫੌਜਾਂ ਦੇ ਦਰਸ਼ਨ ਕਰਾਏ ਗੁਰੂ ਪਿਆਰਿਓ। ਧਰਤੀ ਤੇ ਆਕਾਸ਼ ਚੜ੍ਹਾਵੇ, ਚੜ੍ਹੇ ਆਕਾਸ਼ ਗਿਰਾਵੇ, ਇਸ ਤਰ੍ਹਾਂ ਕਿਰਪਾ ਕਟਾਖਿਆ ਅਵਲੋਕਨ ਕੀਨੋ, ਦਾਸ ਕਾ ਦੁੱਖ ਨਿਵਾਰਿਓ। ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ, ਤੇ ਨਾ ਡਰੇ ਐਸੀ ਲਾਲ ਤੁਝ ਬਿਨ ਕੌਣ ਕਰੇ। ਬਸ ਇਹ ਪਾਵਰ ਤੇਰੇ ਕੋਲ ਹੀ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਸੁਖਮਨੀ ਸਾਹਿਬ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਇਹ ਕਲਾ ਤੇਰੇ ਕੋਲ ਹੀ ਆ। ਮੇਰੇ ਪ੍ਰੀਤਮ ਜੀ ਕਹਿਣ ਲੱਗੇ, ਸਿੰਘ ਕਹਿੰਦੇ ਮਹਾਰਾਜ ਧੰਨੋ ਤੁਸੀਂ। ਮਸਤਕ ਟੇਕ ਚਮਕ ਕਰ ਪੜੇ, ਸ਼ਤਰ ਸਾਧ ਸਮੁਖ ਹੋਏ ਲੜੇ। ਔਰ ਇਹਨਾਂ ਦੇ ਵਿੱਚ ਇੰਨਾ ਜੋਸ਼ ਆ ਗਿਆ ਵੀ ਅਸੀਂ ਘੱਟ ਨਹੀਂ, ਸਾਡੇ ਨਾਲ ਬਹੁਤ ਫੌਜ ਹੈ, ਅਸੀਂ ਵੀ ਘੱਟ ਨਹੀਂ। ਤੇ ਇਹਨਾਂ ਦੇ ਅੰਦਰ ਜੋਸ਼ ਵੱਧ ਗਿਆ। ਉਹ ਗੈਬੀ ਫੌਜਾਂ ਦਾ ਜੋਸ਼ ਇਹਨਾਂ ਦੇ ਵਿੱਚ ਹੀ ਭਰ ਦਿੱਤਾ। ਕਹੋ ਸਤਿਨਾਮ। ਉਹ ਗੈਬੀ ਫੌਜਾਂ ਦਾ ਜੋਸ਼ ਹੈ ਜਿਹੜਾ, ਸ਼ਹੀਦੀ ਫੌਜਾਂ ਦਾ, ਇਹਨਾਂ ਦੇ ਵਿੱਚ ਇੰਨਾ ਜੋਸ਼ ਆ ਗਿਆ ਕਿ ਵਾਕਿਆ ਜਿਹੜਾ ਬਚਨ ਕਿਸੇ ਵੇਲੇ ਪਾਤਸ਼ਾਹ ਨੇ ਕਿਹਾ ਸੀਗਾ, 1.25 ਲੱਖ ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ, ਉਹ ਵਚਨ ਜਾ ਪੂਰਾ ਕਰਕੇ ਵਿਖਾ ਦਿੱਤਾ ਹੈ। ਅੱਜ ਇੱਕ ਪਾਸੇ 1.25 ਲੱਖ ਫੌਜ ਹੈ, ਇੱਕ ਪਾਸੇ 500 ਸਿੰਘ ਹਨ। ਖੁਸ਼ੀ ਹੋਏ ਕਰ ਸ਼ਾਸਤਰ ਚਲਾਏ, ਕੰਨ ਬਨ ਕੇ ਗੁਲਕਾਬਰ ਖਾਏ। ਇਉਂ ਸਿੰਘ ਜਿਹੜੇ ਸਨ ਫਿਰ ਉਹਨਾਂ ਦੇ ਉੱਪਰ ਕਹਿੰਦੇ ਗੋਲੀਆਂ ਚਲਾਉਣ ਲੱਗੇ, ਜਿਵੇਂ ਬੱਦਲਾਂ ਵਿੱਚ ਗੜੇ ਵਰਦੇ ਆ। ਰੋੜੀ ਪਰ ਸਤਿਗੁਰ ਬੈਸੇ, ਦੇਖੇ ਜੰਗ ਪਰਿਓ ਬੜ ਜੈਸੇ। ਰੋੜੀ ਕਹਿੰਦੇ ਆ ਉੱਚੇ ਥਾਂ ਨੂੰ,
ਕਹਿੰਦੇ ਇੱਕ ਉੱਚੇ ਥਾਂ ਤੇ ਉੱਚੇ ਟਿੱਲੇ ਤੇ ਧਰ ਗੁਰੂ ਗੋਬਿੰਦ ਸਿੰਘ ਜੀ ਬੈਠ ਗਏ ਤੇ ਜੰਗ ਨੂੰ ਦੇਖਣ ਲੱਗੇ ਜੀ। ਇੱਕ ਇੱਕ ਸਿੱਖ ਪਰ ਸਿੱਖ ਧਾਏ, ਸੋ ਸੋ ਤੁਰਕ ਹਕਾਰ ਤੇ ਆਏ। ਹੁਣ ਗੁਰੂ ਪਿਆਰਿਓ ਦੂਜੇ ਪਾਸੋਂ ਸੈਂਕੜੇ ਤੁਰਕ ਸੈਂਕੜੇ ਮੁਗਲ ਪਠਾਨ ਕੱਲੇ ਕੱਲੇ ਸਿੱਖ ਵੱਲ ਚੜ ਕੇ ਆਉਂਦੇ ਹਨ। ਤੋਪ ਕਤਰੀਰ ਤਲਵਾਰ ਕਟਾਰੀ, ਮੱਛੀ ਮਾਰ ਭੀਮਾ ਇੱਕ ਸਾਰੀ। ਭੀਮਾ ਹੁੰਦੀ ਹੈ ਭਿਆਨਕ। ਕਹਿੰਦੇ ਫਿਰ ਜੰਗ ਐਸੀ ਹੋਈ ਭਿਆਨਕ, ਬੰਦੂਕਾਂ ਦੀ, ਤੀਰਾਂ ਦੀ, ਤਲਵਾਰਾਂ ਦੀ, ਕਟਾਰਾਂ ਦੀ। ਕੋਈ ਨੇੜਿਓਂ ਆ ਗਿਆ ਬੱਖੀ ਦੇ ਵਿੱਚ ਮਾਰੀ ਕਟਾਰ, ਕੋਈ ਦੂਰੋਂ ਲੜ ਰਿਹਾ ਤਲਵਾਰ ਤੇ ਕੋਈ ਦੂਰੋਂ ਲੜ ਰਿਹਾ ਤੇ ਗੋਲੀ ਬੰਦੂਕ ਅਤੇ ਤੀਰ ਕਮਾਨ ਦੇ ਨਾਲ ਇਹ ਜੰਗ ਹੋਣ ਲੱਗੇ ਜੀ। ਗਿਰ ਗਿਰ ਪਰੇ ਕਾਇ ਕੋ ਖੈ ਕੈ, ਸ਼੍ਰੋਣਕ ਸੰਗ ਲਿਪਤ ਤਨ ਹੈ ਵਿਕੈ। ਇਸ ਤਰ੍ਹਾਂ ਲੜ ਲੜ ਕੇ ਗੁਰੂ ਪਿਆਰਿਓ ਜ਼ਖਮੀ ਹੋ ਕੇ ਖੂਨ ਦੇ ਨਾਲ ਭਿੱਜੇ ਹੋਏ ਦੁਸ਼ਮਣ ਡਿੱਗਣ ਲੱਗੇ ਜੀ। ਰਣ ਸਿੰਘ, ਸ਼ਿਆਮ ਸਿੰਘ, ਵੀਰ ਸਿੰਘ, ਦਇਆ ਸਿੰਘ, ਸੂਰਮਾ ਧਰਮ ਸਿੰਘ, ਧਾਇਓ ਕਰ ਹੀਲ ਕੋ। ਤੋ ਕੁਝ ਸਿੰਘ ਜਿਹੜੇ ਉਹ ਜੰਗ ਦੇ ਮੈਦਾਨ ਵਿੱਚ ਹਨ, ਉਹਨਾਂ ਦੇ ਨਾਮ ਭਾਈ ਸਾਹਿਬ ਜੀ ਲਿਖਦੇ ਹਨ ਕਿ ਜੰਗ ਦੇ ਮੈਦਾਨ ਵਿੱਚ ਰਣ ਸਿੰਘ, ਸ਼ਿਆਮ ਸਿੰਘ, ਵੀਰ ਸਿੰਘ, ਦਇਆ ਸਿੰਘ, ਸੂਰਮਾ ਤੇ ਧਰਮ ਸਿੰਘ ਹੱਲਾ ਕਰਕੇ ਪੈ ਗਏ। ਸਾਹਿਬ ਸਿੰਘ, ਦੇਵਾ ਸਿੰਘ ਔਰ ਭਾਈ ਟੇਕ ਸਿੰਘ, ਰਾਮ ਸਿੰਘ, ਹਰੀ ਸਿੰਘ, ਬਾਜੀ ਦੀਨ ਬੇਲ ਕੋ। ਔਰ ਸਾਹਿਬ ਸਿੰਘ, ਦੇਵਾ ਸਿੰਘ, ਟੇਕ ਸਿੰਘ, ਰਾਮ ਸਿੰਘ, ਹਰੀ ਸਿੰਘ, ਇਹਨਾਂ ਨੇ ਵੀ ਘੋੜੇ ਜਿਹੜੇ ਹਨ ਪੇਲ ਕੇ ਭਜਾ ਕੇ ਦੁਸ਼ਮਣਾਂ ਤੇ ਚੜਾ ਲਏ। ਮੋਕਮ ਸਿੰਘ, ਧੰਨਾ ਸਿੰਘ, ਅਰਹਿ ਧਿਆਨ ਸਿੰਘ, ਗਿਆਨ ਸਿੰਘ, ਮਾਨ ਸਿੰਘ, ਰੋਰ ਵੱਡ ਮੇਲ ਕੋ। ਇਸ ਤਰ੍ਹਾਂ ਇਹ ਵੀ ਉਸ ਵੱਡੇ ਮੇਲੇ ਦੇ ਵਿੱਚ ਰੌਲਾ ਪਾਉਂਦੇ ਜਕਾਰੇ ਛੱਡਦੇ ਜਾ ਰਹੇ ਆ। ਮੋਹਕਮ ਸਿੰਘ, ਧੰਨਾ ਸਿੰਘ, ਧਿਆਨ ਸਿੰਘ ਤੇ ਗਿਆਨ ਸਿੰਘ, ਮਾਨ ਸਿੰਘ। ਮਾਰ ਮਾਰ ਕਹੇ ਯਾਰ ਮਾਰ ਮਾਰ ਗਿਰ ਸਿੰਘ, ਬਦਤ ਅਗੀਰ ਪੈ ਪਛੇਰੇ ਜਿਮ ਖੇਲ ਕੋ। ਇਸ ਤਰ੍ਹਾਂ ਮਾਰ ਲੋ ਦਾ ਰੌਲਾ ਪੈ ਰਿਹਾ, ਮਾਰ ਲੋ ਫੜ ਲੋ ਦਾ। ਔਰ ਸਿੰਘ ਆਪਣੇ ਸ਼ਸਤਰਾਂ ਨਾਲ ਦੁਸ਼ਮਣਾਂ ਨੂੰ ਇਸ ਤਰ੍ਹਾਂ ਸਬਜ਼ੀ ਦੀ ਨਿਆਈ ਝਟਕਾ ਕੇ ਸਿੱਟ ਰਹੇ ਹਨ। ਔਰ ਅੱਗੇ ਵੱਧਦੀ ਹੈ ਸਿੰਘ, ਦੁਸ਼ਮਣ ਦਾ ਪੈਰ ਪਿੱਛੇ ਪੈਂਦਾ ਜੇ। ਸੈਦ ਬੇਗ ਗਏ ਸ਼ਾਸਤਰ ਕੋ, ਵਧਿਓ ਅਗਰ ਰਨ ਮਾਹੀ। ਔਰ ਦੁਸ਼ਮਣਾਂ ਦਾ ਜਿਹੜਾ ਜਰਨੈਲ ਬਣ ਕੇ ਆਇਆ ਸੈਦ ਬੇਗ, ਇਹ ਵੀ ਅੱਗੇ ਵਧਿਆ ਜੀ। ਹਰੀ ਚੰਦ ਗਿਰਪਤੀ ਕੋ, ਮੀਆਂ ਸੰਗਿਆ ਜਾਏ। ਔਰ ਇਹ ਪਹਾੜੀਏ ਰਾਜੇ ਹਰੀ ਚੰਦ, ਜਿਸ ਨੂੰ ਮੀਆਂ ਕਿਹਾ ਜਾਂਦਾ ਸੀ। ਚੌਪਈ ਪਟੇ ਬਾਜ ਦੋਨੋਂ ਬੜ ਜੋਦੇ, ਭਇਓ ਭੇੜ ਸਨਮੁਖ ਔਰ ਕ੍ਰੋਧੇ। ਸੈਦ ਬੇਗ ਤੇ ਹਰੀ ਚੰਦ ਇਹ ਦੋਨੇ ਹੀ ਤਕੜੇ ਸ਼ਸਤਰਧਾਰੀ ਹਨ, ਵਧੀਆ ਜੰਗ ਕਰਨ ਵਾਲੇ ਹੈ। ਇਹ ਜਰਨੈਲ ਬਣ ਕੇ ਇੱਕ ਪਹਾੜੀਆਂ ਦਾ ਇੱਕ ਮੁਗਲਾਂ ਦਾ ਅੱਗੇ ਵਧਦੇ ਹਨ। ਖੜਗ ਸਿਪਰ ਦੋਨੋਂ ਕਰ ਧਾਰੀ, ਪਾਤ ਅਨੇਕ ਘਾਤ ਵਿਸਥਾਰੀ। ਔਰ ਇਹਨਾਂ ਨੇ ਆਪਣੇ ਹੱਥਾਂ ਵਿੱਚ ਤਲਵਾਰ ਤੇ ਢਾਲ ਫੜੀ ਹੋਈ ਆ। ਭਾਂਤ ਅਨੇਕਨ ਘਾਤ ਵਿਸਤਾਰੀ, ਭਾਵ ਦਾ ਲਾਉਂਦੇ ਹਨ ਕਿਸ ਤਰ੍ਹਾਂ ਸਿੰਘਾਂ ਤੇ ਹਮਲਾ ਕਰੀਏ। ਬਾਮ ਦਾਨੇ ਪਾਛੇ ਆਗੇ, ਵਿਚਰਤ ਦਾਵ ਕਰਨ ਬਹੁ ਲਾਗੇ। ਖੱਬੇ ਸੱਜੇ ਅੱਗੇ ਪਿੱਛੇ ਹੋ ਕੇ ਇਹ ਦਾ ਬਣਾਉਂਦੇ ਹਨ। ਸਤਿਗੁਰ ਆਦਿਕ ਪਿਕੇ ਤਮਾਸ਼ਾ, ਦੋਨੋਂ ਜੈ ਜੈ ਕਰਤ ਬਿਨਾਸ਼ਾ। ਔਰ ਇਹ ਚਾਹੁੰਦੇ ਹਨ ਦੋਨੇ ਕਿ ਸਿੰਘਾਂ ਨੂੰ ਖਤਮ ਕਰਕੇ ਅਸੀਂ ਜੰਗ ਜਿੱਤ ਲਈਏ। ਸਤਿਗੁਰੂ ਪਾਤਸ਼ਾਹ ਜੀ ਰੌੜੀ ਉੱਤੇ ਬੈਠ ਕੇ, ਉੱਚੇ ਟਿੱਲੇ ਤੇ ਬੈਠ ਕੇ ਤਮਾਸ਼ਾ ਦੇਖ ਰਹੇ ਹਨ। ਇੱਕ ਪ੍ਰਹਾਰੇ ਦੁਤੀ ਬਚਾਵੈ, ਆਡੇ ਸੇ ਪਰ ਕਿਰਪਾਨ ਚਲਾਵੈ। ਇਸ ਤਰ੍ਹਾਂ ਹੱਥ ਵਿੱਚ ਢਾਲ ਲੈ ਕਰਕੇ ਆਡੇ ਸਾਈਡਾਂ ਤੋਂ ਵਿੰਗੇ ਟੇਢੇ ਹੋ ਕੇ ਆਪਣੀਆਂ ਤਲਵਾਰਾਂ ਚਲਾਉਂਦੇ ਐ। ਇੱਕ ਚਲਾਉਂਦਾ ਤੇ ਦੂਜਾ ਆਪਣੇ ਆਪ ਨੂੰ ਬਚਾਉਣਾ ਕਰਦਾ ਜੀ। ਤਾਪ ਅਣਖ ਕਰ ਜੁਦ ਮਚਾਇਓ, ਕੱਢੇ ਅੰਗ ਨੇ ਕਾਉ ਛੁਟਾਇਓ। ਔਰ ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਕੋਈ ਵੀ ਯੋਧਾ ਪਿੱਛੇ ਹਟਣ ਨੂੰ ਤਿਆਰ ਨਹੀਂ। ਗੁਰੂ ਕੀਆਂ ਫੌਜਾਂ ਵੀ ਕੱਟੀਆਂ ਜਾ ਰਹੀਆਂ ਪਰ ਪਿੱਛੇ ਨਹੀਂ ਹਟਦੀਆਂ। ਜੰਗ ਬੜਾ ਤੇਜ਼ ਹੋ ਗਿਆ ਹੈ। ਸੈਦ ਬੇਗ ਤਬ ਖੜਗ ਪ੍ਰਹਾਰਾ, ਹਰੀ ਚੰਦ ਗੈ ਸਿਪਰ ਸਹਾਰਾ। ਕਹਿਣ ਲੱਗੇ ਸੈਦ ਬੇਗ ਨੇ ਤਲਵਾਰ ਚਲਾਈ ਆ ਤੇ ਹਰੀ ਚੰਦ ਨੇ
ਢਾਲ ਸੰਭਾਲੀ ਆ। ਭਾਵ ਬਚਾਏ ਸੁਆਪ ਚਲਾਇਓ, ਸਹਿਜ ਬੇਗ ਨੇ ਅੰਗ ਮਚਾਇਓ। ਇਹਨਾਂ ਦੋਨਾਂ ਦੀ ਲੜਾਈ ਹੋਣ ਲੱਗੀ ਆ। ਹਰੀ ਚੰਦ ਅਤੇ ਸਹਿਜ ਵੇਗ ਦੀ ਆਪਣੇ ਆਪ ਨੂੰ ਬਚਾਉਂਦੇ ਹੋਏ ਲੜਾਈ ਕਰਦੇ ਹਨ। ਹਰੀ ਚੰਦ ਕਹਿ ਹਨਿਓ ਕਿਰਪਾਨਾ, ਕੱਟਿਓ ਅੰਗ ਕਰ ਪ੍ਰਾਨਨ ਹਾਨਾ। ਇਸ ਤਰ੍ਹਾਂ ਹਰੀ ਚੰਦ ਜਿਹੜਾ ਹੈ ਉਸ ਦੇ ਤਲਵਾਰ ਵੱਜ ਗਈ ਤੇ ਉਹ ਡਿੱਗ ਪਿਆ ਜੀ। ਦੇਖਿਓ ਲੜਾਈ ਮੈਂ ਜਬ ਮਾਰਿਓ, ਦੀਨ ਬੇਗ ਤਬ ਆਨ ਵੰਗਾਰਿਓ। ਜਦੋਂ ਹਰੀ ਚੰਦ ਮਰ ਗਿਆ ਜੰਗ ਦੇ ਮੈਦਾਨ 'ਚ ਤਾਂ ਇਹਨਾਂ ਨੇ ਦੂਸਰੇ ਨੂੰ ਸੱਦਿਆ ਹੈ, ਦੀਨਾ ਬੇਗ ਨੂੰ। ਤੀਰਥ ਸੈਫਨ ਕਰ ਫਿਰਿਓ, ਸਹਿਜ ਬੇਗ ਸੋ ਸਨਮੁਖ ਅਰਿਓ। ਕਹਿਣ ਲੱਗੇ ਦੀਨਾ ਬੇਗ ਸਹਿਜ ਬੇਗ ਦੇ ਨਾਲ ਲੜਨ ਲੱਗਿਆ ਹੈ। ਦੋਏ ਕਟੀ ਦਲ ਕੀਨ ਸੰਗਰਾਮਾ, ਦੇਖਤ ਬੋ ਨਰਪਾ ਅਬਿਰਾਮਾ। ਦੋ ਘੜੀਆਂ ਇਹਨਾਂ ਦਾ ਜੰਗ ਵੀ ਹੋਇਆ ਤੇ ਦੂਜੇ ਦੇਖਣ ਲੱਗੇ ਖੜ ਕੇ। ਦੀਨ ਬੇਗ ਤਬ ਸੈਫ ਚਲਾਈ, ਸਹਿਜ ਬੇਗ ਕੇ ਅੰਗ ਲਗਾਈ। ਦੀਨ ਬੇਗ ਨੇ ਤਲਵਾਰ ਚਲਾਈ ਤੇ ਸਹਿਜ ਬੇਗ ਦੇ ਲੱਗ ਗਈ ਜੀ। ਗਿਰਿਓ ਜੁਧ ਮੈਂ ਗੁਰ ਗੁਰ ਸਿਮਰਤਾ, ਸ਼੍ਰੀ ਪ੍ਰਭ ਖੁਸ਼ੀ ਕਰੀ ਚਿਤ ਹਰਖਤ। ਔਰ ਡਿੱਗ ਪਿਆ ਜੰਗ ਦੇ ਮੈਦਾਨ ਵਿੱਚ ਗੁਰੂ ਨੂੰ ਯਾਦ ਕਰਦਾ ਹੋਇਆ। ਮਹਾ ਕਤੂਹਲ ਸਭ ਨੇ ਹੀਰਾ, ਸੁਰਪੁਰ ਮੈਂ ਤਿਲ ਕੀਨ ਬਸੀਰਾ। ਬੜਾ ਰੌਲਾ ਪੈ ਰਿਹਾ ਹੈ। ਇਹਨਾਂ ਮਰਨ ਵਾਲਿਆਂ ਨੇ ਕਹਿੰਦੇ ਸੁਰਪੁਰੀ ਜਾਣਾ ਕੀਤਾ, ਭਾਵ ਸਰੀਰ ਛੱਡ ਗਏ। ਕਿਰਪਾ ਕਰੀ ਕਲਗੀ ਦਰ ਜਬੈ, ਆਪਣੀ ਲੋਕ ਬਾਸ ਦੇ ਤਬੈ। ਔਰ ਜੋ ਗੁਰੂ ਕੀਆਂ ਫੌਜਾਂ ਸ਼ਹੀਦੀਆਂ ਪਾ ਰਹੀਆਂ ਉਹਨਾਂ ਨੂੰ ਸਤਿਗੁਰੂ ਆਪਣੇ ਲੋਕ ਵਿੱਚ ਵਾਸਾ ਦਿੰਦੇ ਹਨ। ਅਪਰ ਸਿੰਘ ਬੋਲਰਤ ਜੁਜਾਰੀ, ਪਰੇ ਤੁਰਕ ਜਨ ਗਿਰੇ ਮੁਨਾਰੇ। ਇਸੇ ਤਰ੍ਹਾਂ ਗੁਰੂ ਕੇ ਦੂਸਰੇ ਸਿੰਘ ਵੀ ਲੜਦੇ ਹੋਏ ਤੁਰਕਾਂ ਦੇ ਉੱਤੇ ਪੈਂਦੇ ਹਨ ਤੇ ਤੁਰਕ ਘੋੜਿਆਂ ਤੋਂ ਐਂ ਡਿੱਗਦੇ ਐ ਜਿਵੇਂ ਕਿਸੇ ਬਿਲਡਿੰਗ ਦੇ ਬਨੇਰੇ ਡਿੱਗਦੇ ਹੋਣ। ਆਤੇ ਸ਼ਹੀਦ ਵੀਰ ਰਸ ਮਾਤੇ, ਸ਼੍ਰੋਣ ਤੇ ਗਿਰੇ ਪ੍ਰੀਤੀ ਰੰਗ ਰਾਤੇ। ਔਰ ਇਸ ਤਰ੍ਹਾਂ ਯੋਧੇ ਵੱਢੇ ਜਾ ਰਹੇ ਹੈ ਤੇ ਧਰਤੀ ਨੂੰ ਲਾਲ ਸੂਹੀ ਕਰ ਰਹੇ ਹਨ। ਇਸ ਪ੍ਰਕਾਰ ਮਾਚਿਓ ਕਮਸਾਨ, ਲੋਤ ਪੋਤ ਨਾ ਭਈ ਮਹਾਨ। ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜੀਆਂ ਫੌਜਾਂ ਹੈ ਧਰਤੀ ਦੇ ਉੱਤੇ ਲੋਥਾਂ ਦੇ ਢੇਰ ਲੱਗ ਗਏ ਹਨ। ਧਰਤੀ ਲੋਥ ਪੋਥ ਹੋ ਗਈ ਹੈ ਤੇ ਸਾਰੀਆਂ ਫੌਜਾਂ ਜਿਹੜੀਆਂ ਹੈ ਉਹ ਸ਼ਹੀਦ ਹੁੰਦੀਆਂ ਜਾ ਰਹੀਆਂ ਹਨ। ਵਾਇਸ ਚੁੰਬਕ ਕੰਕ ਕਰਾਲੇ, ਕੂਕਤ ਆਮਖ ਖਾਏ ਵਿਸਾਲੇ। ਔਰ ਜਿਹੜੇ ਜਾਨਵਰ ਮਾਸ ਖਾਣ ਵਾਲੇ ਹਨ ਉਹ ਸਾਰੇ ਜੰਗ ਦੇ ਮੈਦਾਨ ਵਿੱਚ ਆਈ ਜਾਂਦੇ ਹੈ। ਕਾਂ, ਕੁੱਤੇ, ਗਿੱਦੜ ਆਦਿ ਨਾਲੇ ਖਾਂਦੇ ਆ ਨਾਲੇ ਚੀਕਾਂ ਮਾਰਦੇ ਆ। ਛਾਤੀ ਮੂੰਡ ਫੁੱਟੇ ਲਗ ਗੋਰੀ, ਪਰਿਓ ਜੋਰ ਭਾਰੀ ਜੁਗੋਰੀ। ਕਿਸੇ ਦੀ ਗੋਲੀ ਵੱਜ ਕੇ ਛਾਤੀ ਫਟ ਗਈ ਹੈ ਤੇ ਧਰਤੀ ਤੇ ਡਿੱਗ ਪਿਆ। ਆਲਾ ਹਾਲ ਬੜ ਪਿਓ ਕਲਾਹਲ, ਲਰਤ ਵੀਰ ਰਨ ਰੰਗ ਚਲਾ ਚਲ। ਹਲਾ ਹਲ ਰੌਲਾ ਪੈ ਗਿਆ ਹੈ, ਫੜ ਲੋ ਮਾਰ ਲੋ ਦਾ। ਔਰ ਯੋਧੇ ਜਿਹੜੇ ਹਨ ਲੜਦੇ ਹੋਏ ਜੰਗ ਦੇ ਮੈਦਾਨ ਵਿੱਚ ਭੱਜੇ ਫਿਰਦੇ ਹਨ। ਆਚੇ ਪਾਉ ਨਹੀਂ ਕਿਨ ਡਾਰੇ, ਡਰਦੇ ਆਪਸ ਵਿਖੇ ਪਰਚਾਰੇ। ਪਰ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਲੜਦੇ ਹੋਏ ਇੱਕ ਦੂਜੇ ਨੂੰ ਕਹਿੰਦੇ ਆ ਜਾ ਵੱਧ ਅੱਗੇ, ਆ ਅੱਗੇ ਲੈ ਮੇਰਾ ਵਾਰ ਹੁਣ। ਇਸ ਤਰ੍ਹਾਂ ਪ੍ਰਚਾਰੇ ਭਾਵ ਬੁਲਾਉਂਦੇ ਹਨ ਇੱਕ ਦੂਜੇ ਨੂੰ, ਹੋ ਅੱਗੇ ਹੁਣ। ਕਹਾਂ ਸਿੰਘ ਦਲ ਪੰਜ ਸਹੋਬਾ, ਕਹਾਂ ਸ਼ਤਰੂ ਲਾਖੋ ਪਟ ਜੋਗਾ। ਇਸ ਤਰ੍ਹਾਂ ਸਿੰਘਾਂ ਦੀ ਗਿਣਤੀ 500 ਹੈ ਔਰ ਦੂਜੇ ਪਾਸੇ ਸ਼ਤਰੂ ਦੀ ਗਿਣਤੀ 1.25 ਲੱਖ ਹੈ। ਦੋਨਾਂ ਦਾ ਕੋਈ ਮੇਲ ਨਹੀਂ ਹੈ। ਵਿਚਰੇ ਵੀਰ ਕੇ ਕਾਨ ਕੁਦਾਵੇ, ਬਦੇ ਅਗਰ ਤੋਮਰ ਪਰਮਾਵੇ। ਪਰ ਗੁਰੂ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਇਸ ਤੋਂ ਵੀ ਵੱਡਾ ਹੈ। 1.25 ਲੱਖ ਸੇ ਏਕ ਲੜਾਉ, ਤੇ ਉਹ ਤਾਂ 1 ਲੱਖ ਹੀ ਫੌਜ ਹੈ ਸਾਹਮਣੇ, ਤੇ ਇਧਰ 500 ਸੂਰਮੇ, ਤੇ ਕਿੰਨਾ ਭਾਰੀ ਪੈ ਸਕਦਾ। ਇਸ ਕਰਕੇ ਗੁਰੂ ਕੇ ਬਚਨ ਅਟਲ ਹਨ। ਭਾਵੇਂ ਕਿ ਦੁਨੀਆ ਦੀ ਗਿਣਤੀ ਦੇ ਵਿੱਚ ਨਿਗਾਹ ਦੇ ਵਿੱਚ ਸਿੰਘਾਂ ਦੀ ਫੌਜ 500 ਹੈ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਵੀ ਬਹੁਤ ਹੈ। ਇਸ ਮੈਂ ਤੁਰਕ ਮਾਰ ਜਬ ਪਰੇ, ਅੰਗ ਤੁੰਦ ਉੱਡ ਰਜ ਨਭ ਪਰੇ। ਇਸ ਤਰ੍ਹਾਂ ਗੁਰੂ ਪਿਆਰਿਓ ਵਿਚਰਿਆਂ ਵੀਰ ਕਕਾਨ ਕੁਦਾਵੇ, ਘੋੜਿਆਂ ਨੂੰ ਭਜਾਉਂਦੇ ਹੋਏ ਅੱਗੇ ਵਧਦੇ ਆ। ਵਧੇ ਅਗਰ ਤੋਮਰ ਪਰਮਾਵੇ, ਤੇ ਆਪਣੇ ਹੱਥ ਵਿੱਚ ਫੜਿਆ ਹੋਇਆ ਵਰਸ਼ਾ ਕੋਈ ਲੈ ਕੇ ਇੱਧਰ ਉੱਧਰ ਘਮਾਉਂਦਾ ਹੈ। ਬਿਸਮੇ ਤੁਰਕ ਮਾਰ ਜਾ ਪਰੀ, ਤੇ ਮੁਗਲ ਪਠਾਨ ਹੈਰਾਨ ਹੋ ਗਏ ਵੀ ਇਹ ਕਿੰਨੇ ਕੁ ਸਿੰਘ ਹੈ ਜਿਹੜੀ ਸਾਡੀ ਇੰਨੀ ਫੌਜ ਵੱਢ ਦਿੱਤੀ ਆ। ਕੋਈ ਸਤਨਾਮ
ਜਿਹੜੇ ਪਠਾਨਾਂ ਦੀ ਮੁਗਲਾਂ ਦੀ ਫੌਜ ਆਈ ਆ, ਉਹ ਹੈਰਾਨ ਹੋ ਰਹੇ ਨਾ ਵੀ ਇਹ ਸਿੰਘ ਮੁੱਕਦੇ ਕਿਉਂ ਨਹੀਂ ਗਏ। ਸਾਡੇ ਇੱਥੇ ਲੋਥਾਂ ਦੇ ਢੇਰ ਲਾ ਦਿੱਤੇ ਇਹਨਾਂ ਨੇ, ਇਹ ਇੰਨੇ ਕਿੰਨੇ ਕੁ ਨਿਕਲ ਆਉਂਦੇ ਆ, ਕਿੱਥੋਂ ਆਈ ਜਾਂਦੇ ਆ ਨੇ, ਮੁੱਕਦੇ ਹੀ ਨਹੀਂ ਗਏ, ਸਾਨੂੰ ਮੁਕਾਈ ਜਾਂਦੇ ਆ। ਉਹ ਹੈਰਾਨ ਹੋ ਗਏ। ਸਤਿਗੁਰ ਬੈਠੇ ਕੀਤਕ ਕਾਲ, ਮਾਰਨ ਮਰਨੋ ਮਚੁ ਕਰਾਲ। ਸਤਿਗੁਰੂ ਪਾਤਸ਼ਾਹ ਜੀ ਪਹਾੜੀ ਤੇ ਬੈਠੇ ਹੋਏ ਗੁਰੂ ਪਿਆਰਿਓ, ਉਹਨਾਂ ਨੂੰ ਜਿਹੜਾ ਹੈ ਵੇਖ ਰਹੇ ਹਨ, ਤੇ ਵੇਖ ਕਰਕੇ ਗੁਰੂ ਪਿਆਰਿਓ ਕਿਤਨਾ ਹੀ ਸਮਾਂ ਜਿਹੜਾ ਹੈ ਉਹਨਾਂ ਨੂੰ ਲੜਦੇ ਮਰਦੇ ਵੇਖ ਰਹੇ ਹਨ, ਭਿਆਨਕ ਜੰਗ ਨੂੰ। ਜੋ ਦੇਖੀਤ ਜੋ ਤਨ ਤੇ ਛਾਇਓ, ਬਾਸਾਰ ਸੋ ਸਾਰ ਬਚਾਇਓ। ਇਉਂ ਜੰਗ ਦਾ ਮੈਦਾਨ ਜੋ ਹੈ ਲੋਹੇ ਤੇ ਲੋਹਾ ਖੜਕ ਰਿਹਾ ਹੈ ਦੋਹਰਾ। ਇਸ ਪ੍ਰਕਾਰ ਰਨ ਮਚ ਰਹਿਓ ਮੇ ਮੁਖਾਨ ਪਠਾਨ। ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਮੇਮੂ ਖਾਨ ਪਠਾਨ ਹੈ ਜਿਹੜਾ, ਉਹ ਵੀ ਗੁਰੂ ਪਿਆਰਿਓ ਅੱਗੇ ਵੱਧ ਕੇ ਜਿਹੜਾ ਹੈ ਪਠਾਨਾਂ ਨੂੰ ਮੁਗਲਾਂ ਨੂੰ ਮਾਰ ਰਿਹਾ ਹੈ। ਕਰਤ ਸ਼ੀਘਰਤਾ ਫਿਰਤ ਹੈ, ਤਾਨੇ ਬਾਨ ਕਮਾਨ। ਉਹ ਵੀ ਹੱਥ ਵਿੱਚ ਕਮਾਨ ਤੇ ਤੀਰ ਲੈ ਕੇ ਭੱਥਾ ਤੀਰਾਂ ਦਾ ਜੰਗ ਦੇ ਮੈਦਾਨ ਵਿੱਚ ਭੱਜਿਆ ਫਿਰਦਾ ਹੈ। ਚੌਪਈ ਹੈ ਗੁਦਾਏ ਚਪਲਾਏ ਪਰਹਾਰੇ, ਇਤੁਤ ਵਿਚਰਤ ਸ਼ਤਰੂ ਸੰਘਾਰੇ। ਘੋੜੇ ਤੇ ਬੈਠਾ ਇਧਰ ਉਧਰ ਭਜਾ ਕੇ ਘੋੜੇ ਨੂੰ ਦੁਸ਼ਮਣਾਂ ਨੂੰ ਮਾਰ ਰਿਹਾ ਹੈ। ਕਰ ਬਹਾਦਰੀ ਗੁਰ ਦਿਖਰਾਵੈ, ਰਿਪ ਕੋ ਕਾਪਤੇ ਆਪ ਬਚਾਵੈ। ਔਰ ਆਪਣੇ ਆਪ ਨੂੰ ਬਚਾ ਕੇ ਦੁਸ਼ਮਣ ਨੂੰ ਮਾਰਦਾ ਫਿਰਦਾ ਹੈ, ਤੇ ਗੁਰੂ ਸਾਹਿਬ ਜੀ ਇਹਦੇ ਜੰਗ ਨੂੰ ਵੀ ਦੇਖ ਰਹੇ ਹਨ। ਸੈਦ ਖਾਨ ਜਿਸ ਡਿਗ ਸਰਦਾਰੀ, ਜਿਸ ਕੇ ਸਕਲ ਸੈਨ ਅਨਸਾਰੀ। ਜਿਹੜਾ ਮਾਰਿਆ ਗਿਆ ਉਹ ਸੈਦਾ ਬੇਗ ਆ, ਇਹ ਸੈਦ ਖਾਨ ਹੈ, ਇਹ ਜਰਨੈਲ ਹੈ, ਉਹ ਇੱਕ ਸਿਪਾਹੀ ਸੀ ਜਾਂ ਗੁਰੂ ਪਿਆਰਿਓ ਵੱਡਾ ਸਿਪਾਹੀ ਸੀਗਾ। ਤਾਂ ਇੱਧਰ ਹੁਣ ਸੈਦ ਖਾਨ ਜਿਹੜਾ ਇਹਨਾਂ ਫੌਜਾਂ ਦਾ ਜਰਨੈਲ ਆ ਉਹ ਪਿੱਛੇ ਹੈ ਹਜੇ। ਪਰ ਜਦ ਨੇ ਵੇਖਿਆ ਕਿ ਸਾਡੇ ਜਿਹੜੇ ਵਧੀਆ ਜਰਨੈਲ ਸੀ ਉਹ ਕਾਫੀ ਮਾਰੇ ਗਏ, ਹੁਣ ਇਹ ਸੈਦ ਖਾਨ ਅੱਗੇ ਵਧੇ ਆ, ਕਹਿੰਦੇ ਇਸ ਕੇ ਜਾਗੀ ਭਾਗ ਵਿਸਾਲਾ, ਉਪਜੋ ਪ੍ਰੇਮਾਨ ਤਿਸ ਕਾਲਾ। ਪਰ ਇੱਧਰ ਗੁਰੂ ਸਾਹਿਬ ਨੇ ਕਲਾ ਵਰਤਾਈ ਆ, ਇੱਕ ਐਸੀ ਪ੍ਰੇਰਨਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਉਹ ਹੁਕਮ ਸਤਿਗੁਰ ਦਾ ਇੱਥੇ ਕਿਵੇਂ ਵਰਤਦਾ? ਸੈਦ ਖਾਨ ਜੀ ਦੀ ਕਮਾਨ ਵਿੱਚ ਸਾਰੀ ਫੌਜ ਹੈ, ਜਿਹੜਾ ਵੱਡਾ ਜਰਨੈਲ ਹੈ ਫੌਜਾਂ ਦਾ। ਕਹਿੰਦੇ ਕਮਾਲ ਹੋਈ ਉਸ ਵੇਲੇ ਜਦੋਂ ਇਹਦੇ ਕਿਤੇ ਸੁੱਤੇ ਭਾਗ ਜਾਗ ਪਏ। ਜਦੋਂ ਸੁੱਤੇ ਭਾਗ ਜਾਗਦੇ ਆ ਫਿਰ ਗੁਰੂ ਦੀ ਸਮਝ ਆਉਂਦੀ ਆ, ਨਹੀਂ ਤਾਂ ਫਿਰ ਗੁਰੂ ਨੂੰ ਦੁਸ਼ਮਣੀ ਸਮਝਦਾ ਬੰਦਾ। ਕਹੋ ਸਤਿਨਾਮ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਚੰਗੇ ਭਾਗ ਜਾਗਦੇ ਆ ਫਿਰ ਕੋਈ ਰੱਬ ਦੇ ਰਸੀਏ ਪਿਆਰਿਆਂ ਦੀ ਸੰਗਤ ਹੁੰਦੀ ਹੈ। ਹੁਣ ਰਸੀਆ ਤਾਂ ਮੇਰਾ ਪ੍ਰੀਤਮ ਹੈਗਾ ਹੀ, ਪਰ ਵੇਖਣ ਵਾਲੇ ਦੀਆਂ ਅੱਖਾਂ ਕਿਸੇ ਕਿਸੇ ਦੀਆਂ। ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਦਿਸੰਦੜੋ ਮਾਂ ਪਿਰੀ, ਤੇ ਜਾਂ ਫਿਰ ਜਿਹਨੂੰ ਦਿਖਾ ਦੇਵੇ ਉਹਨੂੰ ਦਿਸਦਾ, ਜਿਹਨੂੰ ਅੱਖਾਂ ਦੇ ਦੇਵੇ। ਜਿਸ ਤਰ੍ਹਾਂ ਗੁਰੂ ਪਿਆਰਿਓ ਕੌਰਵਾਂ ਪਾਂਡਵਾਂ ਦੇ ਜੰਗ ਵਿੱਚ ਅਰਜਨ ਹਥਿਆਰ ਸਿੱਟ ਕੇ ਬਹਿ ਗਿਆ, ਬੜਾ ਸਮਝਾਇਆ ਉਹਨੂੰ, ਜਿਸ ਨੂੰ ਹਿੰਦੂ ਮਤ ਵਿੱਚ ਗੀਤਾ ਦਾ ਉਪਦੇਸ਼ ਕਿਹਾ ਜਾਂਦਾ। ਤੈਨੂੰ ਲੜਨਾ ਚਾਹੀਦਾ, ਨਾ ਲੜਿਆ। ਕਹਿੰਦਾ ਇੰਨੇ ਲੋਕਾਂ ਦਾ ਮੈਨੂੰ ਪਾਪ ਲੱਗੂਗਾ, ਮੈਂ ਕਿਉਂ ਮਾਰਾਂ? ਸਾਰੇ ਰਿਸ਼ਤੇਦਾਰ ਹੈ, ਸਕ ਸੰਬੰਧੀ ਹੈ, ਇੰਨੇ ਬੰਦੇ ਮਰਨਗੇ, ਇੰਨੀਆਂ ਬੁੜੀਆਂ ਦਾ ਕੀ ਹਾਲ ਹੋਊਗਾ, ਉਹਨਾਂ ਦੀਆਂ ਆਹਾਂ ਮੈਨੂੰ ਮਾਰ ਦੇਣਗੀਆਂ। ਕ੍ਰਿਸ਼ਨ ਨੇ ਕਿਹਾ ਠੀਕ ਆ, ਤੂੰ ਰਿਸ਼ਤੇਦਾਰੀ ਸਮਝਦਾ ਪਰ ਦੁਸ਼ਮਣ ਨਹੀਂ ਨਾ ਸਮਝ ਰਿਹਾ। ਕੋਈ ਸਤਨਾਮ। ਤੇ ਜੇ ਤੂੰ ਜੰਗ ਦੇ ਮੈਦਾਨ ਨੂੰ ਛੱਡ ਕੇ ਪਾਸੇ ਵੀ ਹੋ ਗਿਆ, ਤੈਨੂੰ ਕਿਸੇ ਨੇ ਚੰਗਾ ਨਹੀਂ ਕਹਿਣਾ, ਬਲਕਿ ਕੈਰ ਕਹਿਣਗੇ, ਗਿੱਦੜ ਕਹਿਣਗੇ, ਭਗੌੜਾ ਕਹਿਣਗੇ, ਜੰਗ 'ਚੋਂ ਭੱਜਿਆ ਹੋਇਆ। ਫਿਰ ਲੋਕਾਂ ਦੀ ਇਹ ਤਾਨੇ ਤੇਰੇ ਕੰਨਾਂ 'ਚ ਪੈਣਗੇ, ਤੂੰ ਰੋਜ਼ ਮਰੇਗਾ, ਰੋਜ਼ ਜੰਮੇਗਾ। ਇੱਥੇ ਜਾਂ ਮਰ ਜਾ ਜਾਂ ਜੰਗ ਜਿੱਤ। ਕਹਿਣ ਲੱਗਿਆ ਨਹੀਂ ਮੈਨੂੰ ਪਾਪ ਲੱਗੂਗਾ। ਉਹ ਕਹਿੰਦੇ ਓਏ ਤੂੰ ਤਾਂ ਮਾਰਨਾ ਨਹੀਂ, ਇਹ ਤਾਂ ਕੰਮ ਤਾਂ ਮੇਰਾ ਮਾਰਨਾ, ਤਾਂ ਤੇਰਾ ਤਾਂ ਕੰਮ ਹੀ ਨਹੀਂ ਮਾਰਨਾ, ਤੇਰਾ ਤਾਂ ਨਹੁੰ ਲੱਗਣਾ, ਤੇਰਾ ਬਹਾਨਾ ਹੈ। ਪਰ ਇਹ ਮਾਰਦਾ ਹੋਇਆ ਵੀ ਤੂੰ ਇਹ ਨਾ ਸੋਚ ਕੇ ਮੈਂ ਮਾਰਦਾ। ਕਹਿੰਦੇ ਇਹ ਕਿਵੇਂ ਹੋ ਸਕਦਾ? ਜਦ ਮੈਂ ਸ਼ਸਤਰ ਚਲਾऊं ਤੇ ਮੈਂ ਹੀ ਮਾਰੂੰਗਾ। ਕਹਿੰਦੇ ਦੇਖ ਫਿਰ ਸ਼ਸਤਰ ਚਲਾ ਕੇ ਛੱਡ ਤੀਰ ਕਿਸੇ ਸਿਪਾਹੀ ਕੰਨੀ। ਕਹਿੰਦੇ ਉਹਨੇ ਇੱਕ ਤੀਰ ਛੱਡਿਆ, ਉਹਦਾ ਤੀਰ ਹਜੇ ਪਹੁੰਚਿਆ ਨਹੀਂ ਤੇ ਇੱਕ ਚੱਕਰ ਆਇਆ ਤੇ ਉਸ ਚੱਕਰ ਨੇ ਉਸ ਸਿਪਾਹੀ ਦਾ ਸਿਰ ਕੱਟ ਦਿੱਤਾ। ਕਹਿੰਦੇ ਦੱਸ ਹੁਣ ਕਿਹਨੇ ਮਾਰਿਆ? ਕਹਿੰਦੇ ਤੁਹਾਡੇ ਚੱਕਰ ਨੇ। ਤੇ ਕਹਿੰਦੇ ਫੇਰ ਤੂੰ ਐਵੇਂ ਡਰੀ ਜਾਂਦਾ, ਇਹ ਤਾਂ ਮੇਰਾ ਕੰਮ ਹੈ, ਤੂੰ ਮੈਨੂੰ ਹਜੇ ਸਮਝਿਆ ਨਹੀਂ। ਕਹਿੰਦੇ ਸਮਝਣਾ ਕੀ ਹੈ? ਸਤਿਕਾਰਯੋਗ ਹੋ, ਅਵਤਾਰ ਵੀ ਹੋ ਮੌਕੇ ਦੇ,
ਪਰ ਰਿਸ਼ਤੇਦਾਰੀ ਕਰਕੇ ਅਸੀਂ ਰਿਸ਼ਤੇਦਾਰ ਵੀ ਹਾਂ। ਕਹਿੰਦੇ ਨਹੀਂ ਤੂੰ ਮੈਨੂੰ ਹਜੇ ਸਮਝਿਆ ਨਹੀਂ। ਫਿਰ ਕ੍ਰਿਸ਼ਨ ਨੇ ਉਹਨੂੰ ਵਿਖਾਇਆ ਕਿ ਮੈਂ ਕੌਣ ਹਾਂ, ਉਹਨੂੰ ਦਿਵ ਦ੍ਰਿਸ਼ਟੀ ਦਿੱਤੀ। ਫਿਰ ਉਹਨੇ ਵੇਖਿਆ ਕਿ ਕ੍ਰਿਸ਼ਨ ਤਾਂ ਪਰਮੇਸ਼ਰ ਦਾ ਹੀ ਸਰੂਪ ਹਨ। ਇਸ ਕਰਕੇ ਫਿਰ ਅਰਜਨ ਨੇ ਸ਼ਾਸਤਰ ਚੱਕੇ ਤੇ ਜੰਗ ਕੀਤਾ, ਦੁਸ਼ਮਣ ਦਾ ਖਾਤਮਾ ਕੀਤਾ। ਹੁਣ ਅੱਜ ਸੈਦ ਖਾਨ ਸ਼ਾਸਤਰ ਚੱਕ ਕੇ ਪ੍ਰੀਤਮ ਨਾਲ ਲੜਨ ਆ ਰਿਹਾ ਹੈ। ਵਿਚਾਲ ਦੀ ਕਥਾ ਆਉਂਦੀ ਹੈ, ਰਸਤੇ ਵਿੱਚ ਇਹਦੀ ਭੈਣ ਦਾ ਪਿੰਡ ਪੈਂਦਾ ਸੀਗਾ ਤੇ ਸੋਚਿਆ ਵੀ ਚੱਲ ਜਾਂਦੇ ਜਾਂਦੇ ਭੈਣ ਨੂੰ ਮਿਲ ਚੱਲੀਏ। ਤੇ ਰੁਕ ਗਿਆ ਭੈਣ ਕੋਲ, ਮਿਲਣ ਵਾਸਤੇ ਚਲਿਆ ਗਿਆ। ਫੌਜਾਂ ਬਾਹਰ ਠਹਿਰ ਗਈਆਂ। ਭੈਣ ਪੁੱਛਦੀ ਹੈ ਕਿੱਧਰ ਚੱਲਿਆ ਭਾਈ ਸਾਹਿਬ? ਤਿਆਰੀ ਕਰਕੇ। ਕਹਿਣ ਲੱਗਿਆ ਮੈਂ ਚੱਲਿਆ ਆਨੰਦਪੁਰ। ਕਾਹਦੇ ਵਾਸਤੇ? ਗੁਰੂ ਗੋਬਿੰਦ ਸਿੰਘ ਨੂੰ ਫੜਨ ਚੱਲਿਆ। ਕਹਿੰਦੀ ਮੂਰਖ ਹੋਇਆ, ਰੱਬ ਵੀ ਕਿਤੇ ਫੜਿਆ ਗਿਆ, ਕਿਉਂਕਿ ਇਹਦੀ ਭੈਣ ਤੇ ਇਹਦਾ ਭਣੋਈਆ ਗੁਰੂ ਸਾਹਿਬ ਦੇ ਅਨੰਨ ਪਿਆਰੇ ਸਿੱਖ ਬਣ ਚੁੱਕੇ ਸੀ। ਭਾਵੇਂ ਉਹ ਮੁਸਲਮਾਨ ਸੀ ਪਰ ਗੁਰੂ ਸਾਹਿਬ ਦੇ ਪਿਆਰੇ ਬਣ ਚੁੱਕੇ ਸੀ, ਉਹਨਾਂ ਨੂੰ ਗੁਰੂ ਸਾਹਿਬ ਦੀ ਪਛਾਣ ਆ ਗਈ ਸੀ। ਸੈਦ ਖਾਨ ਕਹਿੰਦਾ ਮੈਂ ਪਾਨਾਂ ਦਾ ਬੀੜਾ ਖਾ ਕੇ ਤੁਰਿਆ, ਤਲਵਾਰ ਚੱਕ ਕੇ ਤੁਰਿਆ, ਹੁਣ ਮੈਂ ਮੁੜ ਨਹੀਂ ਸਕਦਾ ਭੈਣੇ। ਭੈਣ ਕਹਿੰਦੀ ਰਹਿਣ ਦੇ, ਤੂੰ ਮੁੜ ਜਾ, ਤੇਰਾ ਭਲਾ ਇਸੇ 'ਚ ਹੀ ਹੈ, ਤੂੰ ਬਹੁਤ ਵੱਡੇ ਪਾਪ ਵੱਲ ਪੈਰ ਵਧਾ ਰਿਹਾ। ਕਹਿੰਦਾ ਨਹੀਂ ਮੈਂ ਤਾਂ ਜਾਊਂਗਾ। ਭੈਣ ਨੂੰ ਮਿਲ ਕੇ ਫਿਰ ਅੱਗੇ ਚੱਲਿਆ। ਪਰ ਜਦੋਂ ਇਹ ਜੰਗ ਦੇ ਮੈਦਾਨ ਵਿੱਚ ਪਹੁੰਚਦਾ ਹੈ, ਜਿਸ ਦੇ ਹੁਕਮ ਦੇ ਅੰਦਰ ਸਾਰੀ ਫੌਜ ਹੈ, ਉੱਥੇ ਸਤਿਗੁਰ ਨੇ ਫਿਰ ਕੀ ਕਲਾ ਵਰਤਾਈ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੈਦ ਖਾਨ ਜਿਸ ਡਿਗ ਸਰਦਾਰੀ, ਜਿਸਕੇ ਸਕਲ ਸੈਨ ਅਨਸਾਰੀ। ਔਰ ਜਿਸ ਦੇ ਕੰਟਰੋਲ ਦੇ ਵਿੱਚ ਸਾਰੀ ਫੌਜ ਹੈ ਬਚੀ ਹੋਈ, ਔਰ ਇਹ ਜਰਨੈਲ ਹੈ ਫੌਜ ਦਾ। ਇਸਕੇ ਜਾਗੇ ਭਾਗ ਵਿਸਾਲਾ, ਉਪਜੋ ਪ੍ਰੇਮਾਨ ਤਿਸ ਕਾਲਾ। ਇਹਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਪੈਦਾ ਹੋ ਗਿਆ। ਕਹੋ ਸਤਿਨਾਮ ਕਰਤਾ ਉਹਨੇ, ਬਦਲਤਾ ਅੰਦਰੋਂ ਹੀ ਬਦਲਤਾ। ਉਸਨੇ ਬਦਲਤਾ ਅੰਦਰੋਂ, ਕਿਰਪਾ ਕਰਤੀ, ਉਹਨੇ ਆਪਣਾ ਹੁਕਮ ਛੱਡ ਦਿੱਤਾ ਤੇ ਇਹਦੇ ਅੰਦਰ ਜਿਹੜਾ ਪ੍ਰੇਮ ਪੈਦਾ ਹੋ ਗਿਆ ਗੁਰੂ ਸਾਹਿਬ ਦੇ ਪ੍ਰਤੀ। ਕਿਉਂਕਿ ਕਾਫੀ ਮਹਿਮਾ ਆਪਣੀ ਭੈਣ ਦੇ ਕੋਲੋਂ ਵੀ ਸੁਣਿਆ ਆਇਆ ਸੀਗਾ। ਭੈਣ ਨੇ ਚੰਗੀ ਤਰ੍ਹਾਂ ਇਹਨੂੰ ਸਮਝਾਤਾ ਸੀਗਾ ਵੀ ਉਹ ਕੋਈ ਦੁਨੀਆ ਦਾ ਭਲਾ ਕਰਨ ਵਾਸਤੇ ਆਇਆ, ਕੋਈ ਨੁਕਸਾਨ ਕਰਨ ਵਾਲੇ ਨਹੀਂ, ਉਹ ਤਾਂ ਰੱਬ ਹੈ। ਤਾਂ ਇਹਦੇ ਅੰਦਰ ਗੁਰੂ ਸਾਹਿਬ ਨੂੰ ਦੇਖਦਿਆਂ ਹੀ ਜਦੋਂ ਇਹ ਸਾਹਮਣੇ ਆਇਆ, ਫੌਜ ਚੋਂ ਨਿਕਲ ਕੇ ਅੱਗੇ ਵਧਿਆ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਹੀ ਇਸ ਦਾ ਜਿਹੜਾ ਹੈ ਅੰਦਰੋਂ ਮਾਈਂਡ ਬਦਲ ਗਿਆ, ਦਿਮਾਗ ਬਦਲ ਗਿਆ ਜੀ। ਸੋ ਜਸ ਗੁਰੂ ਕੋ ਸੁਣ ਤੋ ਰਹਿਓ, ਨਹੀਂ ਬਲੋਚਨ ਤੇ ਕਬ ਲਿਓ। ਇਦੋਂ ਪਹਿਲਾਂ ਇਹਨੇ ਗੱਲਾਂ ਤਾਂ ਸੁਣੀਆਂ ਸੀ ਗੁਰੂ ਸਾਹਿਬ ਦੇ ਬਾਰੇ, ਭਾਵੇਂ ਆਪਣੀਆਂ ਫੌਜਾਂ ਵਿੱਚ ਵੀ ਸੁਣੀਆਂ ਹੋਣਗੀਆਂ ਵਜ਼ੀਰ ਖਾਨ ਵਰਗਿਆਂ ਤੋਂ, ਤੇ ਭਾਵੇਂ ਇਸ ਨੇ ਗੁਰੂ ਪਿਆਰੋ ਆਪਣੀ ਭੈਣ ਕੋਲੋਂ ਸੁਣੀਆਂ, ਪਰ ਦਰਸ਼ਨ ਅੱਜ ਹੋਏ ਹਨ। ਗੁਣੀ ਉਧਾਰ ਚਤੁਰ ਤਨ ਰੂਰੇ, ਇਤਿਆਦਿਕ ਗੁਣ ਗਨ ਗੁਰ ਪੂਰੇ। ਸੁਣਿਆ ਸੀ ਬੜੇ ਗੁਣੀ ਹੈ, ਬੜੇ ਦਿਆਲੂ ਹੈ, ਬੜੇ ਚਤੁਰ ਭਾਵ, ਬੜੇ ਸਰਬ ਕਲਾ ਸਮਰੱਥ। ਚਤੁਰ ਕਹਿ ਦਿਓ, ਸਰਬ ਕਲਾ ਸਮਰੱਥ ਨੂੰ, ਇੱਥੇ ਚਤੁਰ ਚਲਾਕ ਨਹੀਂ ਹੈ। ਸਤਿਗੁਰੂ ਪਿਆਰ ਕਰਦੇ ਆ ਸਭ ਨੂੰ। ਤਨ ਰੂਰੇ, ਰੂਰਾ ਹੁੰਦਾ ਸੁੰਦਰ, ਬੜੇ ਸੁੰਦਰ ਸਰੀਰ ਵਾਲੇ, ਗੁਣਾਂ ਦੇ ਖਜ਼ਾਨੇ ਹਨ। ਜਨ ਜਗ ਕੀ ਸੁੰਦਰਤਾ ਜੋਰੀ, ਬਿਬਤ ਬਿਦਨ ਕੀ ਬਿਦੇ ਬਟੋਰੀ। ਮੈਨੂੰ ਲੱਗਦਾ ਸੰਸਾਰ ਭਰ ਦੀ ਸੁੰਦਰਤਾ, ਜਿਨ੍ਹਾਂ ਦੇ ਸਾਹਮਣੇ ਕਾਮ ਦੇ ਵਰਗੇ ਦੇਵਤੇ ਵੀ ਫਿੱਕੇ ਪੈ ਜਾਣ, ਦੁਨੀਆ ਭਰ ਦੀ ਸੁੰਦਰਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਹੋਈ ਆ। ਸਮਤ ਵਿਚਾਰ ਚਾਰ ਚਤੁਰਾਈ, ਮੂਰਤ ਗੁਰ ਕੀ ਏਕ ਬਣਾਈ। ਤਾਂ ਮਾਨੋ ਚਾਰ ਚਤੁਰਾਈ ਭਾਵ ਬੜੀ ਸਿਆਣਪ ਦੇ ਨਾਲ ਉਸ ਪਰਿਪੂਰਨ ਪਰਮੇਸ਼ਰ ਨੇ, ਜਾਂ ਬ੍ਰਹਮਾ ਜਿਹੜਾ ਸਰੀਰਾਂ ਦੀਆਂ ਘਾੜਤਾਂ ਘੜਦਾ ਹੈ, ਉਹਨੇ ਬੜੀ ਸਿਆਣਪ ਦੇ ਨਾਲ ਸਾਰੀ ਸੁੰਦਰਤਾ ਗੁਰੂ ਗੋਬਿੰਦ ਸਿੰਘ ਦੇ ਸਰੀਰ ਤੇ ਲਾ ਦਿੱਤੇ ਹੈ। ਬੜਾ ਦਿਖਾਵਣ ਨਿਜ ਨੁਪਨਾਈ, ਗੁਰ ਤਨ ਰਚ ਤਿਸ ਕੀਰਤ ਪਾਈ। ਜਾਂ ਫਿਰ ਕਹਿੰਦੇ ਮਾਨੋ ਬ੍ਰਹਮਾ ਨੇ ਆਪਣੀ ਨਿਪੁੰਨਤਾ ਵਿਖਾਉਣ ਵਾਸਤੇ, ਨਿਪੁੰਨਤਾ ਕੀ ਹੁੰਦਾ? ਜਦੋਂ ਕੋਈ ਆਪਣੀ ਕਲਾ ਦਾ ਵਿਖਾਵਾ ਕਰਦਾ ਕਿ ਮੈਂ ਆਹ ਕੰਮ ਇੰਨੀ ਵਧੀਆ ਕਰ ਸਕਦਾ। ਕਹੋ ਸਤਿਨਾਮ। ਪੁਰਾਣੇ ਸਮਿਆਂ ਦੀ ਗੱਲ ਹੈ, ਕੋਈ ਮਿਸਤਰੀ ਸੀਗਾ, ਉਹ ਮਿਸਤਰੀ ਦਾ ਕੰਮ ਨਹੀਂ ਸੀ ਚੱਲਦਾ, ਇਸ ਕਰਕੇ ਉਹਨੇ ਆਪਣਾ ਰੇਟ ਘਟਾ ਦਿੱਤਾ। ਰੇਟ ਘਟਾ ਦਿੱਤਾ ਤੇ ਜਦੋਂ ਕਿਸੇ ਰਾਜੇ ਨੇ ਘੱਟ ਰੇਟ ਕਰਕੇ ਉਹਨੂੰ ਕੰਮ ਤੇ ਲਾਇਆ ਤੇ ਉਸਨੇ ਆਪਣੀ ਕਲਾ ਜਦ ਉੱਥੇ ਜ਼ਾਹਰ ਕੀਤੀ, ਟੈਲੈਂਟ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ, ਆਪਣਾ ਟੈਲੈਂਟ ਦਿਖਾਇਆ ਜਦ ਉਸ ਮਿਸਤਰੀ ਨੇ, ਕਾਰੀਗਰ ਨੇ, ਤਾਂ ਰਾਜਾ ਹੈਰਾਨ ਹੋ ਗਿਆ ਵੀ ਯਾਰ ਆਹ ਬੰਦਾ ਇੰਨੀ ਵਧੀਆ ਕੰਮ ਕਰਦਾ, ਤੈਨੂੰ ਲੋਕ ਕੰਮ ਨਹੀਂ ਦਿੰਦੇ।
ਰਾਜੇ ਨੇ ਮੁੜ ਕੇ ਮਿਹਨਤ ਵੀ ਪੂਰੀ ਦੇਤੀ ਤੇ ਉਹਦਾ ਕੰਮ ਵੀ ਉੱਥੇ ਹੀ ਚਲਾ ਕੇ ਰੱਖਿਆ। ਕੋਈ ਸਤਿ ਮਾਨੋ ਬ੍ਰਹਮਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੁੰਦਰਤਾ ਉੱਤੇ ਆਪਣਾ ਸਾਰਾ ਟੈਂਡਲ ਲਾਤਾ, ਸਾਰੀ ਆਪਣੀ ਸਿਆਣਪ ਚਤਰਾਈ ਜੋ ਉਹਦੀ ਕਾਰਾਗਰੀ ਸੀ ਮਾਨੋ ਸਾਰੀ ਲਾ ਦਿੱਤੀ ਆ। ਇਹ ਕਵੀ ਦੇ ਵੱਲੋਂ ਆਪਣੇ ਟੈਲੈਂਟ ਨੂੰ ਪ੍ਰਗਟ ਕਰਨਾ ਵੀ ਹੈ ਵੀ ਹੁਣ ਮੈਂ ਉਹਨੂੰ ਗੁਰੂ ਸਾਹਿਬ ਨੂੰ ਕਿਵੇਂ ਵਿਖਾਵਾਂ ਲੋਕਾਂ ਨੂੰ ਵੀ ਉਹ ਕਿੰਨੇ ਸੁੰਦਰ ਸਨ। ਤਾਂ ਮਾਨੋ ਬ੍ਰਹਮਾ ਨੇ ਸਾਰੀ ਸੁੰਦਰਤਾ ਗੁਰੂ ਸਾਹਿਬ ਨੂੰ ਦੇ ਦਿੱਤੀ ਹੈ। ਪਦਮ ਪੱਤਰ ਆਕ੍ਰਿਤ ਚਡੋਰੇ ਖੰਜਨ ਮਨਰੰਜਨ ਚਿਤ ਚੋਰੇ। ਕਮਲ ਦੇ ਪੱਤਰਾਂ ਵਰਗੇ ਸ਼ੋਭਾ ਵਾਲੇ ਨੇਤਰ, ਪਹਿਲਾਂ ਤਾਂ ਨੇਤਰ ਹੀ ਐਡੇ ਮੋਟੇ ਮੋਟੇ ਜਿਵੇਂ ਕਮਲ ਦੇ ਫੁੱਲ ਦੀਆਂ ਪੱਤੀਆਂ ਹੁੰਦੀਆਂ, ਫਿਰ ਉਹਨਾਂ ਦੇ ਵਿੱਚ ਕਾਲੇ ਰੰਗ ਦੇ ਡੋਰੇ, ਭਾਵੇਂ ਸੁੰਦਰਤਾ ਨੂੰ ਬਿਆਨ ਕਰਨ ਦਾ ਢੰਗ ਹੈ। ਖੰਜਨ ਮਨਰੰਜਨ ਚਿਤ ਚੋਰੇ, ਜਿਹੜੇ ਕਿ ਸਾਡੇ ਚਿੱਤਾਂ ਨੂੰ ਚੁਰਾ ਲੈਣ, ਸਾਨੂੰ ਮੋਹ ਲੈਣ। ਜਿਹੜੇ ਸਿੰਘ ਇਸੇ ਕਰਕੇ ਗੁਰੂ ਸਾਹਿਬ ਤੋਂ ਵਾਰੇ ਗਏ, ਸ਼ਹੀਦੀਆਂ ਪਾ ਗਏ ਕਿ ਉਹਨਾਂ ਗੁਰੂ ਸਾਹਿਬ ਸੋਹਣੇ ਬਹੁਤੇ ਲੱਗਦੇ ਸੀਗੇ। ਜੀ ਕਰਦਾ ਸੀ ਮੈਂ ਬਲਿਹਾਰੇ ਜਾਵਾਂ ਇਸ ਗੁਰੂ ਦੇ ਉੱਤੋਂ। ਕੋਈ ਸਤਿਨਾਮ। ਕਹਿੰਦੇ ਇੰਨੀ ਸੁੰਦਰਤਾ ਬਣਾਈ ਹੈ। ਔਰ ਵਿੱਚ ਉਹਨਾਂ ਦੇ ਜਿਹੜਾ ਅੱਖ ਦੇ ਵਿੱਚ ਵੇਖਣ ਵਾਲਾ ਅੰਨ, ਉਹ ਜਦ ਚੱਲਦਾ ਹੈ ਉਹ ਇੰਨਾ ਚੰਚਲ ਹੈ, ਸ਼ਾਇਦ ਮੱਛੀ ਵੀ ਇੰਨਾ ਜਲਦੀ ਨਹੀਂ ਘੁੰਮਦੀ ਹੋਣੀ। ਚੰਦਰਮਾ ਕਿਹਾ ਹੈ, ਉਹਨੂੰ ਤਾਂ ਦੋਸ਼ ਲੱਗੇ ਹੋਏ ਆ, ਕਲੰਕ ਲੱਗਿਆ ਹੋਇਆ। ਮੁੱਖ ਮੰਡਲ ਚੰਦਰਮਾ ਤੋਂ, ਪੂਰਨਮਾਸ਼ੀ ਦੇ ਚੰਦਰਮਾ ਤੋਂ ਵੀ ਸੋਹਣਾ ਹੈ। ਇਉਂ ਕਵੀ ਜੀ ਸਿਫਤਾਂ ਕਰਦੇ ਨੇ। ਸਿਫਤਾਂ ਕਰਦੇ ਕਰਦੇ ਅੱਗੇ ਫਿਰ ਸੈਦ ਖਾਨ ਦੀ ਪਾਤਸ਼ਾਹ ਨਾਲ ਮਿਲਾਪ ਕਿਵੇਂ ਹੁੰਦਾ ਹੈ, ਕਿ ਉਹ ਜੰਗ ਕਰਦਾ ਹੈ ਜਾਂ ਜੰਗ ਕਰਨ ਤੋਂ ਪਹਿਲਾਂ ਹੀ ਹਾਰ ਜਾਂਦਾ ਹੈ, ਇਹ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व मैं गुणतास, हे संगी हे निरंकार, हे निर्गुण सब टीक, हे गोविंद हे गुण निधान, सदा विवेक, हे अपरंपर हर हरे, हो बनहार, हे संत है कै सदा संग, आधारा, हे ठाकुर हों दासरो, निर्गुण गुण नहीं कोई, नानक दीजै नाम दान, आए प्रभु शरणागति, एक अखर हर मन बसत, एक अंकारा सतगुरु, प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह। बहुत बहुत